Like the video, subscribe to the channel and press the bell icon for latest video updates. ਦਰਸ਼ਕੋ ਤੁਹਾਨੂੰ ਪਤਾ ਹੈਗਾ ਐਸਜੀਪੀਸੀ ਨੇ 100 ਸਾਲ ਪੂਰੇ ਕੀਤੇ ਹੈਗੇ ਆ ਕਿਵੇਂ 1920 ਤੋਂ ਲੈ ਕੇ ਹੁਣ 2020 ਇਹ ਪੂਰਾ 100 ਸਾਲ ਦਾ ਇਤਿਹਾਸ ਕੀ ਹੈਗੇ ਕਿੰਨਾ ਇਹੋ ਘਟਨਾ ਕਰਮ ਇਹੋ ਕਿਹੜੇ ਪ੍ਰੋਸੈਸ ਵਿੱਚੋਂ ਲੰਘੀ ਹੈਗੀ ਆ ਤੇ ਖਾਸ ਤੌਰ ਤੇ ਜਿਹੜੇ ਪਿਛਲੇ 15-20 ਸਾਲ 'ਚ ਇਹਦੇ ਵਿੱਚ ਪੋਲੀਟੀਕਲ ਇੰਟਰਫੀਰੈਂਸ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋਈ ਹੈ ਜਿਹਦੇ ਕਰਕੇ ਬਹੁਤ ਸਾਰੇ ਆਮ ਲੋਕੀ ਤੇ ਸਿੱਖ ਬੁੱਧੀਜੀਵੀ ਵੀ ਇਹਦੇ ਆਲੋਚਕ ਬਣੇ ਹੈਗੇ ਆ ਇਹਨੂੰ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਪੋਲੀਟੀਕਲ ਇੰਟਰ ਤਾਂ ਕਿ ਜਿਹੜੀ ਐਸਜੀਪੀਸੀ ਇੱਕ ਨਰੋਲ ਧਾਰਮਿਕ ਬੋਡੀ ਬਣ ਕੇ ਜਿਹੜਾ ਧਰਮ ਪ੍ਰਚਾਰ ਵਧੀਆ ਜੋ ਵੀ ਇਹਦੇ ਮਿਸ਼ਨ ਹੈਗੇ ਆ ਉਹ ਕਰ ਸਕੇ ਇਸ ਵਿਸ਼ੇ ਤੇ ਅਸੀਂ ਆਨਲਾਈਨ ਮਾਨਯੋਗ ਸੁਖਦੇਵ ਸਿੰਘ ਭੌਰ ਜੀ ਜੋ ਕਿ ਆਨਲਾਈਨ ਬੰਗਾ ਤੋਂ ਜੁੜੇ ਹੈਗੇ ਸਾਡੇ ਨਾਲ ਭੌਰ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ। ਮਿਹਰਬਾਨੀ ਜੀ, ਧੰਨਵਾਦ। ਦਰਸ਼ਕੋ ਤੁਹਾਨੂੰ ਪਤਾ ਹੀ ਹੈਗਾ ਭੌਰ ਸਾਹਿਬ ਐਸਜੀਪੀਸੀ ਵਿੱਚ ਸਾਲ ਰਹੇ ਹੈਗੇ ਆ ਤੇ ਐਸਜੀਪੀਸੀ ਦੇ ਜਨਰਲ ਸਕੱਤਰ ਵੀ ਕਈ ਸਾਲ ਰਹੇ ਹੈਗੇ ਆ। ਭੌਰ ਸਾਹਿਬ ਜਿਹੜਾ ਕੱਲ ਦਾ ਲਾਈਵ ਟੈਲੀਕਾਸਟ ਹੋਇਆ ਤੁਸੀਂ ਵੀ ਦੇਖਿਆ ਹੋਣਾ ਹੈਗਾ। ਚਲੋ ਪੋਲੀਟੀਸ਼ੀਅਨਾਂ ਨੇ ਤਾਂ ਬੋਲਣਾ ਹੀ ਹੈਗਾ, ਪੋਲੀਟੀਸ਼ੀਅਨਾਂ ਦੀ ਆਪਾਂ ਗੱਲ ਸੱਦ ਲੈਂਦੇ ਜਿਹੜੇ ਜਥੇਦਾਰ ਸਾਹਿਬ ਦਾ ਜਿਹੜਾ ਭਾਸ਼ਣ ਸੀ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਬਹੁਤ ਇੱਕ ਸਤਿਕਾਰਤ ਹਸਤੀ ਹੈਗੀ ਆ। ਤੁਹਾਨੂੰ ਪਤਾ ਅਕਾਲ ਤਖਤ ਸਾਹਿਬ ਦਾ ਕੀ ਇਤਿਹਾਸ ਹੈਗਾ ਉਹਦੇ ਵਿੱਚ ਕੁਝ ਬੁੱਧੀਜੀਵੀਆਂ ਨੇ ਆਮ ਲੋਕਾਂ ਨੇ ਪ੍ਰਤੀਕਰਮ ਕੀਤਾ ਹੈਗਾ ਵੀ ਜਥੇਦਾਰ ਸਾਹਿਬ ਓਪਨਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੇਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਆਪਣੇ ਭਾਸ਼ਣ ਦੀ ਉਹਨਾਂ ਤੋਂ ਟਿੰਟ ਏਦਾਂ ਲੱਗਦਾ ਸੀ। ਇਹਦੇ ਬਾਰੇ ਕੀ ਵਿਚਾਰ ਹੈ ਬਾਕੀ ਗੱਲਬਾਤ ਤੇ ਕਰਦੇ ਹੈਗੇ। ਮੈਂ ਭਾਰੂ ਸਾਹਿਬ ਸਾਰਾ ਉਹਨਾਂ ਦਾ ਸਟੇਟਮੈਂਟ ਕੱਲ ਵੀ ਸੁਣਿਆ ਸੀ। ਹਾਂਜੀ ਮੈਂ ਲਾਈਵ ਦੇਖਿਆ ਸਾਰਾ ਪ੍ਰੋਗਰਾਮ ਜੀ ਜੀ ਔਰ ਮੈਂ ਵੀ ਇਸ ਗੱਲ ਤੋਂ ਮਹਿਸੂਸ ਕਰ ਰਿਹਾ ਸੀ ਹਾਂਜੀ ਵੀ ਜਥੇਦਾਰ ਬੇਸ਼ੱਕ ਉਹਨਾਂ ਨੂੰ ਬਣਾਉਂਦੀ ਇੱਕ ਕਾਬਜ਼ ਧਿਰਿਆ ਹਾਂਜੀ ਪਰੰਤੂ ਜਦੋਂ ਉਹ ਬਣ ਜਾਂਦੇ ਆ ਤੇ ਉਹ ਸਮੁੱਚੀ ਕੌਮ ਦੇ ਸਾਂਝੇ ਜਥੇਦਾਰ ਹੁੰਦੇ। ਹਾਂਜੀ ਤੇ ਪੰਥ ਦੇ ਵਿੱਚ ਇਹ ਵੀ ਪ੍ਰਚਲਿਤ ਹੈ ਕਿ ਪੰਥ ਦੇ ਵਿੱਚ ਕਿਸੇ ਪਦਵੀ ਦਾ ਅਧਿਕਾਰ ਨਹੀਂ ਹੈ। ਅੱਛਾ ਜੀ ਨੈਤਿਕਤਾ ਦਾ ਆਧਾਰ ਜ਼ਰੂਰ ਹੈ। ਅੱਛਾ ਜੀ ਵੱਡੇ ਵੱਡੇ ਜਥੇਦਾਰ ਸਾਹਿਬਾਨ ਆਏ ਕੱਲ ਵੀ ਸਟੇਜ ਦੇ ਉੱਤੇ 2 ਸਾਬਕਾ ਜਥੇਦਾਰ ਬੈਠੇ ਸੀ ਉਹਨਾਂ ਦੇ ਰੁਤਬਾ। ਹਾਂਜੀ 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 ਜਿਹੜੇ ਆਏ ਤਾਂ ਸੀ ਲਾਏ ਇਹਨਾਂ ਮੰਗਰੇ ਗਏ ਸੀ ਪਰ ਜਦੋਂ ਗਏ ਆ ਤਾਂ ਬਹੁਤ ਬੇਇੱਜ਼ਤ ਹੋ ਕੇ ਨਿਕਲੇ ਜੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਉਹਨਾਂ ਵਰਗੇ ਹੋਰ ਵੀ ਕਈ ਐਸੇ ਨੇ। ਹਾਂਜੀ ਇਸ ਹਾਂਜੀ ਕਰਕੇ ਇਹ ਜਿਹੜਾ ਪੰਥ ਹੈ ਨਾ ਪੰਥ ਦੇ ਵਿੱਚ ਪਦਵੀ ਦਾ ਕੋਈ ਅਧਿਕਾਰ ਨਹੀਂ ਹੈ ਵੀ ਕੋਈ ਬਹੁਤ ਹਾਂਜੀ ਵੱਡੀ ਪਦਵੀ ਬੈਠਾ ਤੇ ਉਹਨੂੰ ਜੋ ਮਰਜ਼ੀ ਬੋਲਣ ਦਾ ਅਧਿਕਾਰ। ਹਾਂਜੀ 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 ਹਰ ਪਦਵੀ ਨੈਤਿਕਤਾ ਦੀ ਮੁਤਾਜ ਜ਼ਰੂਰ ਹੈ। ਜਦੋਂ ਕਿਸੇ ਪਦਵੀ ਦੇ ਉੱਤੇ ਨੈਤਿਕਤਾ ਦੀ ਕਮੀ ਮਹਿਸੂਸ ਹੁੰਦੀ ਹੈ ਫਿਰ ਉਹ ਖੜਕਦੀ ਜ਼ਰੂਰ ਹੈ। ਹਾਂਜੀ ਹਾਂਜੀ ਔਰ ਉਹਦਾ ਜਿਹੜਾ ਉਹਨਾਂ ਦਾ ਭਾਸ਼ਣ ਸੀ ਉਹਦੇ ਵਿੱਚੋਂ ਕਈ ਇਤਿਹਾਸਕ ਗੱਲਾਂ ਵੀ ਉਹਨਾਂ ਨੇ ਕੀਤੀਆਂ। ਹਾਂਜੀ ਇਹਨਾਂ ਦਾ ਮੈਂ ਸਮਝਦਾ ਵੀ ਜੇ ਉਹਦੇ ਰੈਲੇਵੈਂਸ ਦੇਖੀ ਜਾਵੇ ਤੇ ਉਹ ਬੜੀ ਹੋਰ ਤਰ੍ਹਾਂ ਦੀ ਬਣਦੀ ਹੈ। ਜਿਵੇਂ ਉਹਨਾਂ ਨੇ ਕਿਹਾ ਵੀ ਸਰਦਾਰ ਤੇਜਾ ਸਿੰਘ ਭੁੱਚਰ ਨੇ 100 ਸਮਾਂ ਵਾਲੀ ਡਾਂਗ ਮੰਗਾ ਲਈ ਵੀ ਜੇ ਕੋਈ ਆਉਂਦਾ ਹਾਂਜੀ ਹਾਂਜੀ ਉਹਦਾ ਸਿਰ ਕੁਚਲ ਦਿਓ। ਹਾਂਜੀ ਇਹ ਕਰ ਦਿੱਤੀ। ਹਾਂਜੀ ਹਾਂਜੀ ਇਹ ਜਿਹੜਾ ਹੁਣ ਦਾ ਐਪੀਸੋਡ ਚੱਲ ਰਿਹਾ ਸੀ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਘਟਣ ਬਦਲਣ ਦੀ ਗੱਲ ਸੀਗੀ ਇਹਨੂੰ ਉਹਦੇ ਨਾਲ ਮੇਰੇ ਖਿਆਲ ਨਾਲ ਇਕੁਏਟ ਨਹੀਂ ਕੀਤਾ ਜਾ ਸਕਦਾ। ਹਾਂਜੀ ਇਹਨੂੰ ਉਹਦੇ ਨਾਲ ਇਕੁਏਟ ਨਹੀਂ ਕੀਤਾ ਜਾ ਸਕਦਾ ਮਤਲਬ ਜਿਹੜੀ ਸਿਮਲੀ ਨਹੀਂ ਦਿੱਤੀ ਜਾ ਸਕਦੀ। ਤੇਜਾ ਸਿੰਘ ਭੁੱਚਰ ਵਾਲੇ ਸਮੇਂ ਵਾਂਗਰ ਕਬਜ਼ਾ ਨਹੀਂ ਸੀ ਕਰਨ ਗਏ। ਹਾਂਜੀ 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 ਇਹ ਤਾਂ ਦੇਖੋ ਹਿਊਮਨ ਰਾਈਟਸ ਵਾਲਿਆਂ ਨੇ ਆਪਣੀ ਇਨਵੈਸਟੀਗੇਸ਼ਨ 'ਚ ਪਾਇਆ ਵੀ ਕੋਈ ਸਰੂਪ ਘੱਟ ਹੈ। ਹਾਂਜੀ ਹਾਂਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਪ੍ਰੈਸ ਸਟੇਟਮੈਂਟ ਰਾਹੀਂ ਔਰ ਪ੍ਰਧਾਨ ਜੀ ਨੇ ਸਟੇਟਮੈਂਟ ਰਾਹੀਂ ਇਹ ਗੱਲ ਕਹੀ ਵੀ ਅਸੀਂ ਰਿਕਾਰਡ ਦੇਖ ਲਿਆ 267 ਸਰੂਪ ਘੱਟ ਨੇ। ਹਾਂਜੀ ਹਾਂਜੀ ਉਹ ਇਹ ਹੋ ਗਿਆ ਵੀ 267 ਘੱਟ ਨੇ ਵੀ ਪੁੱਛਣ ਦਾ ਅਧਿਕਾਰ ਤਾਂ ਹਰ ਸਿੱਖ ਨੂੰ ਹੈ ਵੀ ਕਿੱਥੇ ਗਏ ਜੀ ਦੱਸੋ ਸਾਨੂੰ ਕੌਣ ਲੈ ਗਿਆ। ਹਾਂਜੀ 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 ਬਿਲਕੁਲ ਬਿਲਕੁਲ ਇਹ ਗੱਲ ਇਹ ਹੈ ਵੀ ਗੁਰਦੁਆਰਾ ਐਕਟ 1925 ਜਿਹੜਾ ਇਹ ਇਸ ਗੱਲ ਦੀ ਆਗਿਆ ਦਿੰਦਾ ਹੈ ਹਰ ਸਿੱਖ ਨੂੰ ਬੇਸ਼ੱਕ ਉਹ ਮੈਂਬਰ ਹੈਗਾ ਜਾਂ ਨਹੀਂ ਹੈ। ਗੁਰਦੁਆਰਾ ਐਕਟ ਇਸ ਗੱਲ ਦੀ ਆਗਿਆ ਦਿੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਮੁਲਾਜ਼ਮ ਜਾਂ ਕਿਸੇ ਵੀ ਅਧਿਕਾਰੀ ਦੇ ਕੀਤੇ ਕੰਮ ਦੀ ਸਮੀਖਿਆ ਕਰਨ ਦਾ ਉਹ ਅਧਿਕਾਰ ਰੱਖਦਾ ਔਰ ਉਹਨੂੰ ਚੈਲੰਜ ਕਰ ਸਕਦਾ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ।
ਬਿਲਕੁਲ ਠੀਕ ਹੈ ਜੀ, ਠੀਕ ਹੈ, ਠੀਕ ਹੈ। ਕੋਈ ਪੁੱਛ ਰਿਹਾ ਤੇ ਤਾਂ ਕੀ ਹੋਇਆ, ਪੁੱਛਦਾ ਸੀ। ਉਹ ਮਹੀਨਾ ਬੈਠੇ ਰਹੇ, ਜਥੇਦਾਰ ਸਾਹਿਬ ਨੂੰ ਜਾ ਕੇ ਉਹਨਾਂ ਦੀ ਤਸੱਲੀ ਕਰਾਉਣੀ ਚਾਹੀਦੀ ਸੀ। ਹਾਂ ਬਿਲਕੁਲ ਠੀਕ ਹੈ। ਹਾਂ ਜੀ ਆਪਾਂ ਭਰਾ ਮਾਰੂ ਜੰਗ ਵੱਲ ਨੂੰ, ਜੋ ਕੱਲ ਦਾ ਉਹਨਾਂ ਦਾ ਐਟੀਟਿਊਡ ਸੀ, ਇੱਕ ਧਿਰ ਦੀ ਗੱਲ ਕਰਨੀ, ਇਹ ਬੜੀ ਹਾਸੋਹੀਣੀ ਗੱਲ ਸੀ ਵੀ ਉਹ ਇੱਕ ਧਿਰ ਨੂੰ ਬਚਾਉਣ ਲਈ, ਇਹਦਾ ਮਤਲਬ ਉਹ ਰਾਜਨੀਤਿਕ ਕੋਈ ਗੱਲ ਕਰ ਰਹੇ ਸੀ। ਹਾਂਜੀ। ਤੁਹਾਨੂੰ ਇੱਕ ਜਿਹੜਾ ਉਹਨਾਂ ਨੇ ਥੋੜਾ ਜਿਹਾ ਪੌਰ ਸਾਹਿਬ ਜਸਟੀਫਾਈ ਕਰਨੇ ਦਾ ਕੀਤਾ ਸੀ, ਜਿਹੜੇ ਦੋ ਪਹਿਲੇ ਸੀ ਪ੍ਰਾਈਵੇਟ, ਮੇਰੇ ਖਿਆਲ ਭਾਈ ਜੀਵਨ ਸਿੰਘ ਤੇ ਚਤਰ ਸਿੰਘ, ਇੱਕ ਦੂਸਰੇ ਹੋਰ ਜਿਹੜੇ ਪ੍ਰਿੰਟ ਕਰਦੇ ਸੀ, ਕਹਿੰਦੇ ਉਹਨਾਂ ਤੋਂ ਕਿਵੇਂ ਪੁੱਛਿਆ ਜਾ ਸਕਦਾ, ਜਾਂ ਜਿਹੜੇ ਕੁਛ ਹੋਰ ਆਰਗੇਨਾਈਜੇਸ਼ਨ ਛਾਪਦੀਆਂ, ਇਸ ਤਰ੍ਹਾਂ ਹੀ ਉਹਨਾਂ ਨੇ ਇਹਦੇ ਨਾਲ ਕਰ ਦਿੱਤਾ ਹੈਗਾ। ਇਹਦਾ ਮਤਲਬ ਵੀ ਕਿਸੇ ਨੂੰ ਪੁੱਛਣ ਦਾ ਕੋਈ ਬਹੁਤਾ ਅਧਿਕਾਰ ਨਹੀਂ ਹੈਗਾ। ਉਹਨਾਂ ਨੇ ਇਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਉਹਨਾਂ ਦੀ ਇਹ ਕਥਨੀ ਸੀ, ਇਹ ਵੀ ਜਿਹੜੀ ਆ ਕੰਟਰੋਵਰਸ਼ੀਅਲ ਹੈ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ ਐਕਟ ਬਣ ਚੁੱਕਾ ਕਿ ਗੁਰਬਾਣੀ ਦੀ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ। ਹਾਂਜੀ। ਤੇ ਜੇ ਉਹਨਾਂ ਨੇ ਨਾਂ ਲੈ ਕੇ ਕਿਹਾ ਵੀ ਫਲਾਨੀ ਸੰਸਥਾ ਕਰ ਰਹੀ ਹੈ, ਫਲਾਨੀ ਸੰਸਥਾ ਕਰ ਰਹੀ ਹੈ, ਫਲਾਨੀ ਸੰਸਥਾ ਕਰ ਰਹੀ ਹੈ, ਜੋ ਬਣ ਰਹੀ ਹੈ, ਉਹਨਾਂ ਤੋਂ ਕਿਵੇਂ ਪੁੱਛੀਓ ਕਿੰਨੇ ਉਹਨਾਂ ਨੇ ਗੁਟਕੇ ਛਾਪੇ ਜਾਂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਹੈਗੇ? ਨਹੀਂ, ਮੈਂ ਭਾਰੀ ਸਾਹਿਬ ਹੋਰ ਗੱਲ ਕਰ ਰਿਹਾ। ਇਹ ਤਾਂ ਗੱਲ ਹੈ ਨਾ ਵੀ ਆਪਾਂ ਪੁੱਛ ਸਕਦੇ ਵੇਰ ਅਬਾਊਟ ਵੀ ਤੁਸੀਂ ਕਿੱਥੇ ਦਿੱਤੇ, ਕਿੱਥੇ ਨਹੀਂ ਦਿੱਤੇ। ਪਹਿਲੀ ਗੱਲ ਇਹ ਹੈ ਵੀ ਪੰਜਾਬ ਸਰਕਾਰ ਦੁਆਰਾ ਇੱਕ ਕਾਨੂੰਨ ਬਣਾ ਦਿੱਤਾ ਗਿਆ ਵੀ ਗੁਰਬਾਣੀ ਦੀ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ। ਅੱਛਾ, ਹਾਂ ਠੀਕ ਹੈ। ਜੇ ਇਹ ਸੰਸਥਾਵਾਂ ਛਪਾਈ ਕਰ ਰਹੀਆਂ, ਦੇ ਕਿਤੇ ਵੀ ਨਹੀਂ, ਜਥੇਦਾਰ ਸਾਹਿਬ ਨੇ ਕਿਹਾ ਨਾ ਵੀ ਆ ਵੀ ਕਰ ਰਹੇ, ਆ ਵੀ ਕਰ ਰਹੇ, ਆ ਵੀ ਕਰ ਰਹੇ, ਉਹਨਾਂ ਨੇ 3-4 ਦੇ ਨਾਂ ਲਏ ਹੈਗੇ, ਕੰਮ ਕਰ ਰਹੇ। ਜੇ ਛਾਪ ਕੇ ਉਹ ਸਹੀ ਥਾਂ ਤੇ ਵੀ ਬਣ ਰਹੇ ਤਾਂ ਵੀ ਗਲਤ ਕਰ ਰਹੇ। ਹਾਂਜੀ ਬਿਲਕੁਲ ਠੀਕ। ਪੈਸੇ ਵੀ ਗੈਰ ਕਾਨੂੰਨੀ ਕੰਮ ਕਰ ਰਹੇ। ਮੈਂ ਇੱਕ ਸੰਖੇਪ ਤੌਰ ਤੇ ਤੁਹਾਨੂੰ ਇੱਕ, ਜਿਹਦਾ ਕਹਿੰਦੇ ਨਾ 100 ਹੱਥ ਰੱਸਾ ਸਿਰੇ ਤੇ ਗੰਢ, ਹਾਂਜੀ ਦੇਖੋ ਸਿਆਸਤ ਕਦੀ ਧਰਮੀ ਨਹੀਂ ਹੋ ਸਕਦੀ। ਹਾਂਜੀ ਉਹ ਕਹਿ ਦਿੰਦੇ ਨਾ ਧਰਮੀ ਸਿਆਸਤ, ਜੇ ਸੰਸਥਾ ਦੇ ਵੋਟਾਂ ਪੈਣੀਆਂ ਉੱਥੇ ਸਿਆਸਤ ਹੀ ਹੋਏਗੀ, ਧਰਮੀ ਨਹੀਂ ਹੋਏਗੀ। ਧਰਮ ਕਦੀ ਸਿਆਸਤ ਦਾ ਮੁਤਾਜ ਨਹੀਂ ਹੋ ਸਕਦਾ। ਹਾਂ ਬਿਲਕੁਲ ਠੀਕ। ਸਿਆਸਤ ਦਾ ਮੁਤਾਜ ਹੋ ਜਾਏ ਤੇ ਫਿਰ ਤੇ ਕਿਸੇ ਨੂੰ ਜੰਡਾ ਨਾਲ ਬੰਨ ਕੇ ਸੜਨ ਦੀ ਲੋੜ ਨਹੀਂ ਸੀ, ਕਿਸੇ ਨੂੰ ਆਰਿਆਂ ਨਾਲ ਤਨ ਚਰਾਉਣ ਦੀ ਲੋੜ ਨਹੀਂ ਸੀ, ਕਿਸੇ ਨੂੰ ਖੋਪਰ ਲਹਾਉਣ ਦੀ ਲੋੜ ਨਹੀਂ ਸੀ। ਇਹ ਸਿਆਸਤ ਹੈ, ਉਹ ਧਰਮੀ ਨਹੀਂ ਹੋ ਸਕਦੀ। ਸਿਆਸੀ ਲੋਕ ਵੋਟਾਂ ਦੀ ਖੇਡ ਖੇਡਦੇ ਆ ਤੇ ਆਮ ਕਿਹਾ ਜਾਂਦਾ ਕਿ ਸਿਆਸਤ ਤਾਂ ਮੜੀਆਂ ਤੇ ਮੱਥੇ ਟਿਕਾ ਦਿੰਦੀ ਹੈ। ਬਾਦਲ ਸਾਹਿਬ ਦੀ ਸਿਆਸਤ ਹੀ ਆ ਨਾ ਜਿਹੜੀਆਂ ਉਹਨਾਂ ਤੇ ਰੂਝਾਂ ਲੱਗਦੀਆਂ ਵੀ ਉਹ ਫਲਾਨੇ ਦੇ ਵੀ ਪੈਰੀ ਪੈ ਗਏ ਜਾ ਕੇ, ਉਹ ਮੌਲੀਆਂ ਵੀ ਬਣਾਈ ਗਏ ਤੇ ਉਹ ਜੰਡਾਂ ਨੂੰ ਥੋੜੇ ਦਿਨ ਪਹਿਲੇ ਵੀ ਇੱਕ ਵੀਡੀਓ ਜਾਰੀ ਹੋਇਆ ਸੀ, ਤੁਸੀਂ ਸਿਆਸਤ ਨੇ ਕਰਾਇਆ ਸਾਰਾ। ਹਾਂਜੀ। ਇੱਕ ਪੌਰ ਸਾਹਿਬ ਮੈਂ ਹੋਰ ਤੁਹਾਡੇ ਤੋਂ ਸਪਸ਼ਟ ਗੱਲ ਪੁੱਛਣੀ ਚਾਹੁੰਦਾ ਹੈਗਾ, ਹੋ ਸਕਦਾ ਕੋਈ ਜਿਹੜਾ ਆਫਿਸ ਬੀਰਰ ਜਥੇਦਾਰ ਸਾਹਿਬ ਜਾਂ ਕੋਈ ਹੋਰ ਨਿੱਜੀ ਜ਼ਿੰਦਗੀ ਵਿੱਚ ਉਹ ਬੜਾ ਅੱਛਾ ਇਨਸਾਨ ਵੀ ਹੋ ਸਕਦਾ ਹੈਗਾ, ਪਰ ਜਦੋਂ ਕੋਈ ਰੁਤਬਾ ਮਿਲ ਜਾਂਦਾ ਹੈਗਾ ਉਹ ਕਹਿੰਦਾ ਬੜੀ ਮੁਸ਼ਕਿਲ ਨਾਲ ਮਿਲਿਆ ਹੈਗਾ, ਉਦੋਂ ਸਰਕਾਰੀ ਅਫਸਰਾਂ ਵਾਂਗੂ ਕੰਪਰੋਮਾਈਜ਼ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਨਹੀਂ, ਹੁਣ ਜਥੇਦਾਰ ਸਾਹਿਬ ਨਹੀਂ ਗੱਲ ਮੰਨਣਗੇ ਤੇ ਇਹਨਾਂ ਨੂੰ ਵੀ ਪਰੇ ਲਾ ਕੇ ਕੋਈ ਹੋਰ ਲਾ ਦੇਣਾ, ਹਜ਼ਾਰਾਂ ਹੀ ਹੋਰ ਲੱਗਣ ਲਈ ਤਿਆਰ ਹੈਗੇ ਆ। ਕੀ ਇਹ ਸਿਸਟਮ ਵਿੱਚ ਨੁਕਸ ਆ ਕਿ ਜਾਂ ਜਥੇਦਾਰਾਂ ਦੀ ਜਿਹੜੀ ਇੰਡੀਵਿਜੂਅਲ ਇੰਟੈਗ੍ਰਿਟੀ ਵਿੱਚ ਕਿਤੇ ਕੋਈ ਨੁਕਸ ਆ ਜਾਂਦਾ ਹੈਗਾ? ਦੇਖੋ ਦੋ ਗੱਲਾਂ ਨੇ। ਹਰ ਇੱਕ ਜਥੇਦਾਰ ਜਿਹੜਾ ਉਸ ਪਦਵੀ ਤੇ ਬੈਠਦਾ ਨਾ, ਉਹ ਆਪਣੇ ਆਪ ਨੂੰ ਅਕਾਲੀ ਫੂਲਾ ਸਿੰਘ ਦੀ ਫੀਲਿੰਗ ਲੈਣ ਲੱਗਦਾ। ਅੱਛਾ ਜੀ, ਹਾਂਜੀ। ਉਹਨਾਂ ਨੂੰ ਇਸ ਗੱਲ ਦਾ ਭੁਲੇਖਾ ਪੈ ਜਾਂਦਾ ਵੀ ਅਕਾਲੀ ਫੂਲਾ ਸਿੰਘ ਆਪਣੀ ਤੇਗ ਦੇ ਜ਼ੋਰ ਨਾਲ ਜਥੇਦਾਰ ਬਣੇ ਸੀ। ਬਿਲਕੁਲ ਠੀਕ। ਹਾਂਜੀ। ਉਹ ਕਿਸੇ ਦੇ ਐਗਜ਼ੈਕਟਿਵ ਦੇ ਬਣਾਏ ਜਥੇਦਾਰ ਨਹੀਂ ਸੀ। ਹਾਂਜੀ। ਕਿਸੇ ਵੋਟਾਂ ਦੁਆਰਾ ਚੁਣੀ ਹੋਈ ਸੰਸਥਾ ਦੇ ਜਥੇਦਾਰ ਨਹੀਂ ਸੀ, ਕਿਸੇ ਪਰਿਵਾਰ ਵੱਲੋਂ ਥਾਪੇ ਜਥੇਦਾਰ ਨਹੀਂ ਸੀ। ਹਾਂਜੀ। ਕਿਉਂਕਿ ਕੌਮ ਦੇ ਜਥੇਦਾਰ ਸੀ, ਇਸ ਕਰਕੇ ਉਹਨਾਂ ਵਿੱਚ ਇੰਨੀ ਹਿੰਮਤ ਸੀ ਵੀ ਉਹ ਖਾਲਸਾ ਰਾਜ ਦੇ ਮੁਖੀ ਨੂੰ, ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਹਿ ਦਿੰਦੇ ਸੀ ਵੀ ਕਾਣਿਆ, ਉਹਨੂੰ ਕਾਣਾ ਤੱਕ ਕਰਕੇ ਸੰਬੋਧਨ ਹਾਂਜੀ। ਤੇ ਇਹ ਜਿਹੜੀ ਫੀਲਿੰਗ ਆ, ਇਹ ਤਾਂ ਹੀ ਆਉਂਦੀ ਜੇ ਕੋਈ ਕੌਮ ਦਾ ਜਥੇਦਾਰ ਹੋਵੇ। ਤੇ ਜੇ ਆਪਾਂ ਕਿਸੇ ਧਿਰ ਦੀ ਪੁਸ਼ਤ ਪਨਾਹੀ ਕਰਨੇ ਆ ਤੇ ਇਸ ਸੰਸਥਾ ਦਾ ਔਰ ਇਸ ਪਦਵੀ ਦਾ ਬਹੁਤ ਵੱਡਾ ਅਪਮਾਨ ਹੋ ਰਿਹਾ। ਹਾਂਜੀ। ਇਹ ਜਿਹੜੀ ਪਦਵੀ ਹੈ, ਇਹ ਸਮੁੱਚੀ ਕੌਮ ਇਸ ਪਦਵੀ ਦਾ ਸਤਿਕਾਰ ਕਰਦੀ ਹੈ। ਇਹ ਕੋਈ 2-4 ਬੰਦਿਆਂ ਲਈ ਜਾਂ 2-4 ਪਰਿਵਾਰਾਂ ਦੀ ਮੁਤਾਜ ਨਹੀਂ ਹੈ ਇਹ ਪਦਵੀ। ਹਾਂਜੀ। ਇਹਦਾ ਸਤਿਕਾਰ ਬਣਾ ਕੇ ਰੱਖਣਾ। ਹੁਣ ਦੇਖੋ ਕੱਲ ਜਿਹੜਾ ਜੋ ਸਮਾਗਮ ਹੋਇਆ,
ਤੇ ਉਹਨੂੰ ਆਮ ਮੀਡੀਆ ਦੇ ਵਿੱਚ ਲਿਖਿਆ ਗਿਆ ਵੀ ਉਹ ਇੱਕ ਅਕਾਲੀ ਦਲ ਦੀ ਕਾਨਫਰੰਸ ਤੋਂ ਬਾਅਦ ਕੁਝ ਵੀ ਨਹੀਂ ਸੀ। ਹਾਂਜੀ ਹਾਂਜੀ ਹਾਂਜੀ, ਠੀਕ ਠੀਕ ਠੀਕ। ਉਹ ਅਕਾਲੀ ਦਲ ਦੀ ਇੱਕੋ ਹੀ ਧਿਰ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਆਪਾਂ ਕਹਿੰਦੇ ਸਿੱਖਾਂ ਦੀ ਸੰਸਥਾ ਹੈ, ਇਹ ਅਕਾਲੀ ਦਲ ਤੋਂ ਇਲਾਵਾ, ਬਾਦਲ ਦਲ ਤੋਂ ਇਲਾਵਾ ਕਿਸੇ ਹੋਰ ਦਲ ਦਾ ਕੋਈ ਵਿਅਕਤੀ ਸੀ ਉੱਥੇ? ਨਹੀਂ ਨਹੀਂ, ਕੋਈ ਨਹੀਂ ਸੀ। ਤੇ ਸੰਤ ਸਮਾਜ ਚੋਂ ਵੀ ਉਹ ਬੰਦੇ ਸੀ ਜਿਹੜੇ ਪ੍ਰੋ ਬਾਦਲ ਨੇ, ਪਹਿਲੇ ਜਿਹੜੇ ਪ੍ਰੋ ਬਾਦਲ। ਹਾਂਜੀ ਹਾਂਜੀ ਹਾਂਜੀ। ਸਿੱਖਾਂ ਦਾ ਸਮਾਗਮ ਨਹੀਂ ਸੀ, ਨਾ ਸਿੱਖਾਂ ਦੀ ਸੰਸਥਾ ਦਾ ਸਮਾਗਮ ਸੀ। ਹਾਂਜੀ। ਇਹ ਤਾਂ ਫਿਰ ਇੱਕ ਧਿਰ ਨੂੰ ਪ੍ਰਮੋਟ ਕਰਨ ਲਈ ਪੰਥਕ ਸਾਧਨਾਂ ਦੀ ਵਰਤੋਂ ਕਰਕੇ ਪੰਥਕ ਪਲੇਟਫਾਰਮ ਦੀ ਵਰਤੋਂ ਹੋ ਰਹੀ ਸੀ। ਤੇ ਜਥੇਦਾਰ ਸਾਹਿਬ ਉਸ ਧਿਰ ਦੀ ਹਮਾਇਤ ਕਰਨਾ, ਨੰਗੇ ਚਿੱਟੇ ਤਰੀਕੇ ਨਾਲ ਹਮਾਇਤ ਕਰਨਾ, ਇਹ ਵੀ ਮੈਂ ਸਮਝਦਾ ਬੜੀ ਮੰਦਭਾਗੀ ਗੱਲ ਹੋਈ। ਅਸੀਂ ਥੋੜਾ ਜਿਹਾ ਚਲੋ 100 ਸਾਲ ਦਾ ਸ਼ੁਰੂ ਦਾ ਤਾਂ ਤੁਹਾਨੂੰ ਪਤਾ ਹੈ, ਬੜੀ ਵਾਰੀ ਚਲੋ ਲੋਕਾਂ ਨੇ ਪੜ੍ਹਿਆ ਵੀ, ਹੁਣ ਵੀ 2-4 ਦਿਨ ਤੋਂ ਇੱਧਰ ਉੱਧਰ ਗੋਸ਼ਟੀਆਂ ਚੱਲ ਰਹੀਆਂ ਹੈਗੀਆਂ। ਜਦੋਂ ਕਟੌਰਾ ਸਾਹਿਬ ਦਾ ਰਜੀਮ ਸੀ, ਮਤਲਬ ਕਟੌਰਾ ਸਾਹਿਬ ਮੇਰੇ ਖਿਆਲ 30 ਸਾਲ ਦੇ ਕਰੀਬ, ਜਿੰਨੀ ਕੁ ਮੇਰੀ ਨੌਲੇਜ ਆ, ਮੈਂ ਗਲਤੀ ਵੀ ਹੈ 27 ਸਾਲ ਉਹ SCPC ਦੇ ਪ੍ਰਧਾਨ ਰਹੇ। ਤੇ ਉਦੋਂ ਵੀ ਜਿਹੜੇ ਜਥੇਦਾਰ ਅਕਾਲ ਤਖਤ ਦੇ ਲੱਗਦੇ ਰਹੇ ਹੈਗੇ ਆ, ਉਹ ਵਾਲਾ ਤੁਸੀਂ ਤਾਂ ਉਹ ਪੀਰੀਅਡ ਆਪਣੇ ਜਿਹੜਾ ਹੈਗਾ ਅੱਖੀ ਦੇਖਿਆ ਹੈਗਾ, ਉਹ ਵਾਲਾ ਪੀਰੀਅਡ ਕਿਹੋ ਜਿਹਾ ਸੀ? ਉਹਦੇ ਵਿੱਚ ਕਈ ਇੱਦਾਂ ਦੇ ਬਤੌਰ ਜਥੇਦਾਰ ਟੌਹਰਾ ਸਾਹਿਬ ਨੂੰ ਜਾਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਚਲੋ ਮੇਜਰ ਕੰਪਰੋਮਾਈਜ਼ ਕਰਨੇ ਪਏ, ਜਿਹੜੇ ਲੋਕਾਂ ਨੇ ਪਸੰਦ ਨਹੀਂ ਕੀਤੇ, ਕਿ ਜਾਂ ਸਮੂਥ ਰੇਲਿੰਗ ਸੀ ਸਾਰੀ? ਦੇਖੋ, ਟੌਹੜਾ ਸਾਹਿਬ ਦਾ ਵਕਤ ਹੋਰ ਤਰ੍ਹਾਂ ਦਾ ਹੈ। ਟੌਹੜਾ ਸਾਹਿਬ ਦਾ ਵਕਤ ਇਸ ਕਰਕੇ ਹੋਰ ਤਰ੍ਹਾਂ ਦਾ ਹੈ, ਉਹ ਹੁਣ ਵਾਲੇ ਪ੍ਰਧਾਨਾਂ ਵਾਂਗਰ ਕਿਸੇ ਲੀਡਰ ਦੀ ਮਜਬੂਰੀ ਨਹੀਂ ਸੀ, ਖੁਦ ਲੀਡਰ ਸੀ। ਸਮਝ ਗਿਆ। ਔਰ ਜਿਹੜੇ ਉਹਨਾਂ ਦੇ ਬਰਾਬਰ ਦੇ ਲੀਡਰ ਸੀ, ਬਾਦਲ ਸਾਹਿਬ ਵੀ ਉਹਨਾਂ ਦੇ ਕੱਦ ਤੋਂ ਛੋਟੇ ਲੀਡਰ ਸੀ। ਪੰਥ ਵਿੱਚ ਜਿਹੜੀ ਪ੍ਰਵਾਨਤਾ ਹੈ ਉਹ ਟੌਹੜਾ ਸਾਹਿਬ ਨੂੰ ਵੱਧ ਸੀ। ਟੌਹਰਾ ਸਾਹਿਬ ਦਾ ਉੱਚਾ ਕੱਦ ਸੀਗਾ, ਮਤਲਬ ਉਹਨਾਂ ਦੇ ਮੁਕਾਬਲੇ ਉਹ ਬੜੀ ਮਿਹਨਤ ਨਾਲ ਉਹਨਾਂ ਨੇ ਐਸਟੈਬਲਿਸ਼ ਕੀਤਾ ਸੀ। ਤੇ ਇਸ ਕਰਕੇ ਉਹ ਬਹੁਤੇ ਕਈ ਚੀਜ਼ਾਂ ਐਸੀਆਂ ਸੀਗੀਆਂ ਜਿਹੜੀਆਂ ਉਹ ਆਪਣੇ ਪ੍ਰਭਾਵ ਥੱਲੇ ਕਾਬੂ ਕਰ ਲੈਂਦੇ ਸੀ। ਆਪਣੀ ਸ਼ਖਸੀਅਤ ਦੇ ਪ੍ਰਭਾਵ ਥੱਲੇ ਕਾਬੂ ਕਰ ਲੈਂਦੇ ਸੀ। ਨਹੀਂ, ਟੌਹਰਾ ਸਾਹਿਬ ਤੇ ਕੋਈ ਏਦਾਂ ਦਾ, ਜਿੰਨਾ ਕੁ ਮੈਨੂੰ ਪਤਾ, ਕੋਈ ਇਲਜ਼ਾਮ ਨਹੀਂ ਲੱਗਾ। ਬੜੀ ਇਮਾਨਦਾਰ ਸ਼ਖਸੀਅਤ ਸੀ। ਉਹ ਪੀਰੀਅਡ ਮੈਂ ਕਹਿੰਦਾ ਸਮੂਥਲੀ ਲੰਘਿਆ SGPC ਦਾ। ਆਪਣੇ ਦਰਸ਼ਕਾਂ ਨੂੰ ਵਾਸਤੇ ਜ਼ਰੂਰ ਜਿਹੜੀ ਹੁਣ ਦੀ ਪਨੀਰੀ ਆ, ਹੁਣ ਦੇ ਯੂਥ ਵਾਸਤੇ ਦੱਸੋ। ਦੇਖੋ, ਟੌਹੜਾ ਸਾਹਿਬ, ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ, ਬਹੁਤ ਵੱਡੇ ਕੱਦ ਦੇ ਆਗੂ ਸੀ, ਔਰ ਉਹਨਾਂ ਨੂੰ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੰਮ ਕਰਨ ਲਈ ਵੀ ਮਿਲਿਆ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਟੌਹੜਾ ਸਾਹਿਬ ਦੀ ਬਦੌਲਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਰ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਕਰ ਸਕੀ। ਵੈਰੀ ਗੁੱਡ। ਹਾਂਜੀ ਹਾਂਜੀ। ਟੌਹੜਾ ਸਾਹਿਬ ਦੇ ਯਤਨਾਂ ਸਦਕਾ ਹੀ ਉਹਨਾਂ ਨੇ ਆਪਣੇ ਕਾਰਜਕਾਲ ਵਿੱਚ 2 ਮੈਡੀਕਲ ਕਾਲਜ ਬਣਾ ਕੇ ਦਿੱਤੇ, ਇੱਕ ਡੈਂਟਲ ਕਾਲਜ ਬਣਾ ਕੇ ਦਿੱਤਾ, ਇੱਕ ਇੰਜੀਨੀਅਰਿੰਗ ਕਾਲਜ ਬਣਾ ਕੇ ਦਿੱਤਾ। ਔਰ ਡਿਗਰੀ ਕਾਲਜ ਤੇ ਸਕੂਲਾਂ ਕਾਲਜਾਂ ਦਾ ਤਾਂ ਅੰਤ ਹੀ ਕੋਈ ਨਹੀਂ। ਮੈਨੂੰ ਇਸ ਗੱਲ ਦਾ ਵੀ ਪਤਾ ਹੈ ਵੀ ਉਹ ਇੰਨਾ ਫਿਕਰਮੰਦ ਹੁੰਦੇ ਸੀ। ਜਦੋਂ ਮੈਂ 96 ਦੇ ਵਿੱਚ ਐਕਟਿੰਗ ਪ੍ਰੈਜ਼ੀਡੈਂਟ ਸੀ, ਟੌਹੜਾ ਸਾਹਿਬ ਪ੍ਰਧਾਨ ਸੀ। ਅੱਛਾ ਜੀ। ਤੇ ਮੈਨੂੰ ਉਹ ਕਹਿਣ ਲੱਗੇ ਵੀ ਇੱਕ ਕੰਮ ਕਰਨ ਵਾਲਾ, ਜੇ ਤੁਸੀਂ ਇਹਨੂੰ ਕਿਸੇ ਸਿਰੇ ਲਾਓ। ਮੈਂ ਕਿਹਾ ਦੱਸੋ ਜੀ। ਇੰਨੇ ਫਿਕਰਮੰਦ ਸੀ, ਮੈਂ ਤੁਹਾਨੂੰ ਉਦਾਹਰਨ ਦੇਣ ਲੱਗਾ। ਉਹ ਮੈਨੂੰ ਕਹਿੰਦੇ ਗੁਰਦੁਆਰਿਆਂ ਦੀ ਜਾਇਦਾਦ ਬਹੁਤ ਹੈ, ਇਸ ਜਾਇਦਾਦ ਦੇ ਉੱਤੇ ਨਜਾਇਜ਼ ਕਾਬਜ਼ ਹੋ ਜਾਂਦੇ ਆ, ਵਿੱਚੇ ਹੀ ਅਕਾਲੀ ਹੋ ਜਾਂਦੇ, ਵਿੱਚੇ ਹੀ ਗੈਰ ਅਕਾਲੀ ਹੋ ਜਾਂਦੇ ਆ। ਅੱਛਾ। ਅਸੀਂ ਉਹਨਾਂ ਦੀ ਜਦੋਂ ਇਜੈਕਟਮੈਂਟ ਕਰਾਉਣੀ ਹੁੰਦੀ ਆ ਤੇ ਅਸੀਂ ਕੋਰਟ ਵਿੱਚ ਜਾਂਦੇ ਆ ਤੇ ਸਾਨੂੰ ਰੈਂਟ ਰਿਸਟ੍ਰਿਕਸ਼ਨ ਐਕਟ ਤੇ ਟੈਨੈਂਸੀ ਐਕਟ ਦਾ ਸਹਾਰਾ ਲੈਣਾ ਪੈਂਦਾ। ਹਾਂਜੀ। ਪਰ ਰੈਂਟ ਰਿਸਟ੍ਰਿਕਸ਼ਨ ਐਕਟ ਤੇ ਟੈਨੈਂਸੀ ਐਕਟ ਦੇ ਵਿੱਚ ਕਈ ਵਾਰੀ ਤਾਂ ਸਾਲ ਸਮਨਿੰਗ ਨਹੀਂ ਕੰਪਲੀਟ ਹੁੰਦੀ। ਹਾਂਜੀ। ਐਕਟਿਵ ਦੀ ਮਿਆਦ, ਜਿਹੜੀ ਅਹੁਦੇਦਾਰਾਂ ਦੀ ਮਿਆਦ 1 ਸਾਲ ਹੁੰਦੀ ਹੈ, ਤੇ ਉਹ ਜ਼ਮੀਨਾਂ ਖਾਲੀ ਹੋ ਰਹੀਆਂ, ਇਹਦੇ ਲਈ ਕੀ ਕੀਤਾ ਜਾਵੇ? ਮੈਂ ਬੜੀ ਤਰੱਦਦ ਕਰਕੇ ਆਪਣੇ ਜਿੰਨੇ ਮੇਰੇ ਰਿਟਾਇਰਡ ਜੱਜ ਸੀ ਦੋਸਤ, ਮੇਰੇ ਵਕੀਲ ਭਰਾ ਸੀਗੇ, ਅਸੀਂ ਸਲਾਹ ਕਰਕੇ ਇੱਕ ਰਿਲੀਜੀਅਸ ਪ੍ਰੋਪਰਟੀਜ਼ ਬਿੱਲ 1997 ਡਰਾਫਟ ਕੀਤਾ। ਗੁੱਡ। ਅੱਛਾ ਜੀ। ਮੈਂ ਉਹਨਾਂ ਨੂੰ ਦਿਖਾਇਆ ਤੇ ਬਾਦਲ ਸਾਹਿਬ ਨੂੰ ਦਿਖਾਲ ਕੇ ਸਰਕਾਰ ਬਾਦਲ ਸਾਹਿਬ ਦੀ ਬਣ ਗਈ 97 ਦੇ ਵਿੱਚ। ਅਸੀਂ ਉਹ ਰਿਲੀਜੀਅਸ ਪ੍ਰੋਪਰਟੀਜ਼ ਐਕਟ 1997 ਪਾਸ ਕਰਾਇਆ ਪੰਜਾਬ ਦੀ ਅਸੈਂਬਲੀ। ਵੈਰੀ ਗੁੱਡ। ਅੱਛਾ। ਜਿਹੜਾ ਸਮਰੀ ਪ੍ਰੋਸੀਜਰ ਸੀ, ਕੋਈ ਗੁਰਦੁਆਰੇ ਦੀ ਜਾਇਦਾਦ ਤੇ
ਮੰਦਿਰ ਦੀ ਜਾਇਦਾਦ ਤੇ ਮਸਜਿਦ ਦੀ ਜਾਇਦਾਦ ਤੇ ਚਰਚ ਦੀ ਜਾਇਦਾਦ ਤੇ ਕਾਬਜ਼ ਨਹੀਂ ਹੋ ਸਕਦਾ। ਕਾਬਜ਼ ਨਹੀਂ ਹੋ ਸਕਦਾ। ਗੁੱਡ ਗੁੱਡ। ਸੀ ਜਿਵੇਂ ਪਬਲਿਕ ਪ੍ਰਿੰਸਿਸ ਐਕਟ ਹੁੰਦਾ ਤੇ ਹਾਂਜੀ ਉਹਦੇ ਵਿੱਚ ਡੀਸੀ ਨੂੰ ਅਧਿਕਾਰ ਸੀ 6 ਮਹੀਨਿਆਂ 'ਚ ਫੈਸਲਾ ਦੇਣ ਦਾ। ਡੀਸੀ ਦੀ ਜਿਹੜੀ ਅਪੀਲ ਹੈ ਉਹ ਕਮਿਸ਼ਨਰ ਤੇ ਹੁੰਦੀ, ਕਮਿਸ਼ਨਰ ਤੋਂ ਬਾਅਦ ਹਾਈ ਕੋਰਟ ਜਾਂਦਾ ਤੇ ਥੱਲੇ ਹੀ ਖਾਲੀ ਹੋ ਜਾਂਦੀਆਂ ਹਜ਼ਾਰਾਂ ਏਕੜ ਜ਼ਮੀਨ ਖਾਲੀ। ਅੱਛਾ ਅੱਛਾ ਅੱਛਾ। ਹਾਂਜੀ ਅਸੀਂ ਉਹਨਾਂ ਨੂੰ ਚਿੰਤਾ ਰਹਿੰਦੀ ਸੀ ਵੀ ਇੱਥੇ ਕਿਸ ਤਰ੍ਹਾਂ ਸੁਧਾਰ ਹੋ ਸਕਦਾ। ਮੈਨੂੰ ਉਹਨਾਂ ਨੇ ਪੁੱਛਿਆ ਵੀ ਕਾਕਾ ਵੀ ਮੈਂ ਤੈਨੂੰ ਸਾਰਾ ਕੰਮ ਸੰਭਾਲ ਦਿੱਤਾ ਜਦੋਂ ਮੈਨੂੰ ਐਕਟਿੰਗ ਪ੍ਰੈਜ਼ੀਡੈਂਟ ਬਣਾਇਆ, ਵੀ ਕੀ ਹੋਣਾ ਚਾਹੀਦਾ। ਹਾਂ ਆ ਜਿਹੜੇ ਸਾਡੇ ਮੁਲਾਜ਼ਮ ਅੱਜ ਰਿਟਾਇਰ ਹੋ ਕੇ 40-40 ਲੱਖ ਰੁਪਈਆ ਲੈ ਕੇ ਜਾ ਰਹੇ ਨਾ ਆਪਣੇ ਗ੍ਰੈਚੁਈਟੀਜ਼ ਦਾ, ਹਾਂਜੀ ਹਾਂਜੀ, ਉਹ ਨਹੀਂ ਸੀ ਮਿਲਦਾ। ਇਹ ਸਾਡੇ ਸਮੇਂ ਤੇ ਸ਼ੁਰੂ ਹੋਇਆ। ਮੈਂ ਉਹਨਾਂ ਨੂੰ ਮੈਂ ਕਿਹਾ ਜੀ ਇਹ ਜਿਹੜੀ ਗ੍ਰੈਚੁਈਟੀ ਹੈ ਇਹ ਕਾਮਨ ਪੂਲ ਦੇ ਵਿੱਚ ਜਮ੍ਹਾਂ ਹੋਣੀ ਚਾਹੀਦੀ। ਹਾਂ ਅੰਡਰ ਗ੍ਰੈਚੁਈਟੀ ਐਕਟ ਮਤਲਬ ਜਿਹੜਾ ਕਾਮਨ ਪੂਲ ਦੇ ਵਿੱਚ ਜਾਵੇ। ਗੁਰਦੁਆਰੇ ਸਾਡੇ ਇੱਥੇ ਇੱਕ ਚਰਨ ਕਮਲ ਸਾਹਿਬ ਮੈਨੇਜਰ ਸੀ ਸੁਰਿੰਦਰ ਸਿੰਘ, ਤੇ ਮੈਂ ਐਕਟਿੰਗ ਪ੍ਰੈਜ਼ੀਡੈਂਟ ਸੀ। ਉਹ ਮੈਨੂੰ ਕਹਿੰਦਾ ਜੀ ਮੇਰੀ ਬਦਲੀ ਕਰਾ ਦਿਓ ਦਰਬਾਰ ਸਾਹਿਬ ਦੀ। ਮੈਂ ਕਿਹਾ ਕਿਉਂ ਕਰਾ ਦਈਏ, ਤੂੰ ਇੱਥੇ ਤੈਨੂੰ ਕੀ ਪ੍ਰੋਬਲਮ ਹੈ? ਕਹਿੰਦਾ ਜੀ ਮੈਨੂੰ ਇੱਥੇ ਫੰਡ ਉੱਤੋਂ ਹੀ ਉਹਨੂੰ ਫੰਡ ਮਿਲਣਾ ਹੁੰਦਾ ਸੀ। ਅੱਛਾ ਅੱਛਾ। ਹਾਂਜੀ ਹਾਂਜੀ। ਗੁਰਦੁਆਰਿਆਂ ਦੇ ਵਿੱਚ ਫੰਡ ਨਹੀਂ ਹੁੰਦਾ ਸੀ ਤੇ ਉਹਨਾਂ ਨੂੰ ਪੈਸਾ ਹੀ ਕੋਈ ਨਹੀਂ ਸੀ ਮਿਲਦਾ। ਇਹ ਗ੍ਰੈਚੁਈਟੀ ਕਾਮਨ ਪੂਲ ਦੇ ਵਿੱਚ ਮੈਂ ਉਸ ਵੇਲੇ ਕਰਾਇਆ ਵੀ ਜਿਵੇਂ ਬਾਕੀ ਫੰਡ ਜਮ੍ਹਾਂ ਹੁੰਦੇ ਆ, ਗ੍ਰੈਚੁਈਟੀ ਮੁਲਾਜ਼ਮ ਦੀ ਸੈਂਟਰ ਪੂਲ 'ਚ ਜਮ੍ਹਾਂ ਹੋਵੇ। ਅੱਜ ਹਰ ਰਿਟਾਇਰ ਹੋਣ ਵਾਲਾ ਬੰਦਾ ਕੋਈ 20 ਲੱਖ ਲੈ ਕੇ ਜਾ ਰਿਹਾ, ਕੋਈ 40 ਲੱਖ ਘਰ ਨੂੰ ਲੈ ਕੇ ਜਾ ਰਿਹਾ। ਇਹ ਉਸ ਸੋਚ ਦਾ ਹੀ ਪ੍ਰਤੀਕ। ਫਿਰ ਮੇਰੇ ਸੁਝਾਅ ਤੇ ਇਹਨੇ ਮੇਰੀ ਗੱਲ ਨੂੰ ਅਮਲ ਕੀਤਾ। ਮੈਂ ਕਿਹਾ ਜੀ ਹਰ ਡਿਪਾਰਟਮੈਂਟ ਦੇ ਵਿੱਚ ਜਨਰਲ ਇੰਸ਼ੋਰੈਂਸ ਕਰਾਉਂਦੇ ਆ ਮੁਲਾਜ਼ਮਾਂ ਦੀ ਆਪਣੇ। ਆਪਾਂ ਕਿਸੇ ਮੁਲਾਜ਼ਮ ਨੂੰ ਪੈਨਸ਼ਨ ਤਾਂ ਦਿੰਦੇ ਨਹੀਂ, ਆਪਾਂ ਇਹਨਾਂ ਦੀ ਇੰਸ਼ੋਰੈਂਸ ਕਰਾ ਦਈਏ। ਕੌਣ ਸਾਹਿਬ ਪਿਛਲੇ ਜੇ 15-20 ਸਾਲ ਦੀ ਡਿਸਕਸ ਕਰੀਏ, ਇਹ ਮਾਝਾ ਏਰੀਆ ਵੈਸੇ ਤਾਂ ਪੂਰਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆ। ਹਾਂਜੀ। ਤੇ ਖਾਸ ਤੌਰ ਤੇ ਮਾਝੇ ਏਰੀਏ ਵਿੱਚ ਨਸ਼ਾ ਬਹੁਤ ਆ ਗਿਆ, ਨੌਜਵਾਨਾਂ ਵਿੱਚ ਪਤਤਪੁਣਾ ਬਹੁਤ ਆ ਗਿਆ। ਤੁਹਾਡੀ ਧਰਮ ਪ੍ਰਚਾਰ ਕਮੇਟੀ ਵੀ, ਉਹਨਾਂ ਦਾ ਵੀ ਬਜਟ ਹੁੰਦਾ, ਬੜੇ ਫੰਕਸ਼ਨ ਵਗੈਰਾ ਕਰਦੇ ਰਹਿੰਦੇ। ਉਹ ਕਿੱਥੇ ਕਮੀ ਰਹਿ ਗਈ ਜਿਹਦੇ ਕਰਕੇ ਪੰਜਾਬ ਦਾ ਨੌਜਵਾਨ ਇਹ ਕੁਰਾਹੇ ਪੈ ਗਿਆ? ਟਿਲ ਡੇਟ ਤੱਕ ਇਹੋ ਸਿਸਟਮ ਚੱਲ ਰਿਹਾ। ਦੇਖੋ ਭਾਰਤ ਸਾਹਿਬ, ਮੈਂ ਜਿਹੜੀਆਂ ਤੁਹਾਨੂੰ 2-3 ਗੱਲਾਂ ਦੱਸੀਆਂ ਨਾ, ਜਦੋਂ ਲੀਡਰ ਸਿਰ ਤੇ ਤਕੜਾ ਹੋਵੇ ਫਿਰ ਉਹ ਬੰਦਾ ਇੰਪਲੀਮੈਂਟ ਕਰ ਸਕਦਾ। ਹਾਂਜੀ ਇਹ ਮੈਂ ਮੇਰੇ ਟਾਈਮ ਤੇ ਇੰਪਲੀਮੈਂਟ ਹੋਈਆਂ। ਮੇਰੀ ਸੋਚ ਸੀ, ਮੇਰੇ ਵੱਲੋਂ ਇਹ ਗੱਲ ਟੌੜਾ ਸਾਹਿਬ ਨੂੰ ਦੱਸੀ ਜਾਂਦੀ ਸੀ ਵੀ ਆਪਾਂ ਨੂੰ ਜੀ ਪ੍ਰਮੋਸ਼ਨ ਪਾਲਿਸੀ ਬਣਾਉਣੀ ਚਾਹੀਦੀ ਹੈ ਜੀ, ਆਪਾਂ ਨੂੰ ਜਿਹੜੀਆਂ ਗ੍ਰੇਡ ਸਿਸਟਮ ਬਣਾਉਣਾ ਚਾਹੀਦਾ। ਉਹ ਸਾਰਾ ਕੁਝ ਹੁੰਦਾ ਰਹਿੰਦਾ ਸੀ। ਇਹ ਬਦਕਿਸਮਤੀ ਟੌੜਾ ਸਾਹਿਬ ਤੋਂ ਬਾਅਦ ਇੰਨੀ ਜ਼ਿਆਦਾ ਵੱਧ ਗਈ ਕਿਉਂਕਿ ਜਦੋਂ ਆ ਸਾਰਾ ਸੋਸ਼ਲ ਮੀਡੀਆ ਐਕਟਿਵ ਹੋ ਗਿਆ। ਐਕਟਿਵ ਹੋਣ ਤੋਂ ਬਾਅਦ ਇਹ ਗੱਲਾਂ ਬੜੀਆਂ ਸੌਖੀਆਂ ਹੋ ਗਈਆਂ ਲੋਕਾਂ ਦੇ ਕਰਨ ਦੇ ਲਈ, ਤੇ ਨੌਜਵਾਨ ਝੱਟ ਗੁੰਮਰਾਹ ਹੋ ਜਾਂਦੇ। ਮੈਂ ਉਹਨਾਂ ਦੀ ਮੌਤ ਤੋਂ ਬਾਅਦ, ਟੌੜਾ ਸਾਹਿਬ ਦੇ ਚੜ੍ਹਾਈ ਕਰਨ ਤੋਂ ਬਾਅਦ, ਮੇਰੇ ਖਿਆਲ 2004 ਤੋਂ ਲਗਾਤਾਰ ਯਤਨ ਕਰਦਾ ਰਿਹਾ ਇਸ ਹਾਲਾਤ ਨੂੰ। ਮੈਂ ਬਾਦਲ ਸਾਹਿਬ ਨੂੰ ਵੀ ਕਿਹਾ, ਜਗੀਰ ਕੌਰ ਪ੍ਰਧਾਨ ਸੀ ਉਸ ਵੇਲੇ ਟੌੜਾ ਸਾਹਿਬ ਤੋਂ ਬਾਅਦ ਬਣੀ, ਉਹਦੇ ਨਾਲ ਵੀ ਮੈਂ ਜਨਰਲ ਸੈਕਟਰੀ ਬਣਿਆ ਸੀ ਬਾਅਦ ਵਿੱਚ। ਮੈਂ ਉਸ ਨੂੰ ਵੀ ਕਿਹਾ ਵੀ ਆਪਣਾ ਜਿਹੜਾ ਪ੍ਰਚਾਰ ਦਾ ਢੰਗ ਹੈ ਗਲਤ ਹੈ, ਇਹਨੂੰ ਠੀਕ ਕਰਨਾ ਚਾਹੀਦਾ। ਤੇ ਉਹ ਮੈਨੂੰ ਕਹਿੰਦੇ ਸੀ ਵੀ ਕਰੀਏ। ਮੈਂ ਉਹਨੂੰ ਕਿਹਾ ਵੀ ਇੰਟਰਐਕਟਿਵ ਅਪਰੋਚ ਜਿਹੜੀ ਆ ਅਪਣਾਉਣੀ ਚਾਹੀਦੀ ਹੈ। ਆਮ ਸਧਾਰਨ ਗੱਲ ਹੁੰਦੀ ਹੈ ਵੀ ਜਾਂ ਮਰੀਜ਼ ਡਾਕਟਰ ਕੋਲ ਜਾਵੇ ਜਾਂ ਡਾਕਟਰ ਮਰੀਜ਼ ਕੋਲ ਜਾਵੇ ਤਾਂ ਇਲਾਜ ਹੋ ਸਕਦਾ ਮਰਜ਼ ਦਾ, ਨਹੀਂ ਤਾਂ ਇਲਾਜ ਨਹੀਂ ਹੁੰਦਾ। ਬਿਲਕੁਲ ਠੀਕ ਹੈ। ਇੱਕ ਸੁਝਾਅ ਵੀ ਦਿੱਤਾ ਸੀ। ਮੈਂ ਹੁਣ ਕੱਲ ਪਰਸੋਂ ਫਿਰ ਇੱਕ ਸੈਮੀਨਾਰ 'ਚ ਬੋਲ ਕੇ ਆਇਆ, ਉੱਥੇ ਵੀ ਇਹੀ ਕਿਹਾ ਸੀ। ਮੈਂ ਉਹਨੂੰ ਕਿਹਾ ਸੀ ਵੀ ਤੁਸੀਂ 650 ਬੰਦਾ ਭਰਤੀ ਕਰੋ। ਭਰਤੀ ਕਰਨ ਦਾ ਮਤਲਬ ਉਹਦਾ ਇਹ ਹੈ ਵੀ ਉਹ ਕੋਈ ਪ੍ਰਚਾਰ ਕਥਾ ਕੀਰਤਨ ਵਾਲਾ ਬੰਦਾ ਨਹੀਂ ਹੋਣਾ ਚਾਹੀਦਾ। 12,800 ਸਮਥਿੰਗ ਪਿੰਡ ਆ ਪੰਜਾਬ ਦੇ। ਹਰ ਬੰਦੇ ਨੂੰ ਪਿੰਡ ਦਿਓ। 1 ਮਹੀਨੇ ਦੇ ਵਿੱਚ ਉਹ 10 ਛੁੱਟੀਆਂ ਵੀ ਕਰ ਲਊਗਾ ਤਾਂ ਸਾਲ ਦੇ ਵਿੱਚ 12 ਵਾਰੀ ਹਰ ਪਿੰਡ ਚਲੇ ਜਾਊਗਾ। ਬਿਲਕੁਲ ਠੀਕ ਹੈ। ਉਹ 12 ਵਾਰੀ ਜਾਣ ਤੋਂ ਬਾਅਦ 1 ਸਾਲ ਦੇ ਵਿੱਚ ਰਿਪੋਰਟ ਦਰਜ ਕਰੇ ਵੀ ਹਰ ਪਿੰਡ ਦੇ ਵਿੱਚ ਕਿੰਨੀ ਸਿੱਖਾਂ ਦੀ ਆਬਾਦੀ ਹੈ, ਕਿੰਨੇ ਗੁਰੂ ਸਾਹਿਬ ਨਾਲ ਜੁੜੇ ਹੋਏ ਆ, ਕਿੰਨੇ ਡੇਰਿਆਂ ਨਾਲ ਜੁੜੇ ਆ, ਉਹਨਾਂ ਦਾ ਧਾਰਮਿਕ ਸਟੇਟਸ ਕੀ ਹੈ, ਉਹਨਾਂ ਦਾ ਰਾਜਨੀਤਿਕ ਸਟੇਟਸ ਕੀ ਹੈ, ਉਹਨਾਂ ਦਾ ਆਰਥਿਕ ਸਟੇਟਸ ਕੀ ਹੈ, ਉਹਨਾਂ ਦਾ ਸੋਸ਼ਲ ਸਟੇਟਸ ਕੀ ਹੈ, ਉਹਨਾਂ ਦਾ ਐਜੂਕੇਸ਼ਨਲ ਸਟੇਟਸ ਕੀ ਹੈ, ਇਕਨੋਮਿਕਲ ਸਟੇਟਸ ਕੀ ਹੈ। ਇਹ ਸਾਰੀ ਰਿਪੋਰਟ ਉਹ ਮਰਦਮਸ਼ੁਮਾਰੀ ਵਾਲਿਆਂ ਵਾਂਗਰ 1 ਸਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਦੇਣ। ਠੀਕ ਹੈ, ਬਹੁਤ ਅੱਛਾ ਸੁਝਾਅ। ਪ੍ਰਬੰਧਕ ਕਮੇਟੀ ਆਪਣੀ ਧਰਮ ਪ੍ਰਚਾਰ ਕਮੇਟੀ ਦੇ ਫੰਡਾਂ ਦੀ ਵਰਤੋਂ ਕਿਸੇ ਆਗੂ ਦੇ ਕਹਿਣ ਤੇ ਗਧਿਆਂ ਕੋਲੋਂ ਲੁਟਾਉਣ ਦੀ ਬਜਾਏ ਉਹ ਜਿਹੜੀ ਰਿਪੋਰਟ ਦੇਣ, ਉਹਦੇ ਆਧਾਰ ਤੇ ਸਿੱਖਾਂ ਦੀ ਕੁੱਲੀ ਗੁੱਲੀ ਜੁੱਲੀ ਦੀ ਲੋੜ ਪੂਰੀ ਕਰਨ ਦੇ ਲਈ ਖਰਚੇ ਤੇ ਸਾਰੀ ਤਬਦੀਲੀ ਦਿਨਾਂ 'ਚ ਆ ਜਾਏ। ਉੱਥੇ ਜਿਹੜੇ ਫੈਸਲੇ ਹੁੰਦੇ ਆ ਉੱਥੇ ਨਾ ਤਾਂ ਲਿਆਕਤ ਮੁੱਖ ਰੱਖ ਕੇ ਹੁੰਦੇ ਆ, ਨਾ ਸੰਗਤ ਨੂੰ ਮੁੱਖ ਰੱਖ ਕੇ ਹੁੰਦੇ ਆ। ਉੱਥੇ ਸ਼ਾਸਕੀ ਫੈਸਲੇ
ਹੁੰਦੇ ਆ, ਹੁਕਮ ਹੁੰਦੇ ਆ, ਹੂੰ ਜੋ ਸ਼ਾਸਕ ਹੁੰਦਾ ਉਹ ਹੁੰਦਾ। ਕਈ ਐਸੀਆਂ ਉਦਾਹਰਨਾਂ ਮੈਂ ਦੇ ਸਕਦਾ, ਮੈਂ ਬਤੌਰ ਜਨਰਲ ਸੈਕਟਰੀ ਡਿਸੈਂਡਿੰਗ ਨੋਟ ਦਿੱਤੇ, ਰਿਕਾਰਡ ਦੇ ਵਿੱਚ ਦਰਜ ਨੇ। ਹਾਂਜੀ ਇਸ ਕਰਕੇ ਸੀ ਵੀ ਮੈਂ ਸੰਗਤ ਨੂੰ ਪ੍ਰਤੀਨਿਧ ਸਮਝਦਾ ਰਿਹਾ ਆਪਣੇ ਆਪ ਨੂੰ, ਤੇ ਹਾਂਜੀ ਉਹ ਹਾਂਜੀ ਸ਼ਾਸਕ ਫੈਸਲੇ ਕਰਦੇ ਰਹੇ। ਹੂੰ। ਅੱਛਾ, ਇਹਦੇ ਕਰਕੇ ਵਿੱਚ ਕਨਫਲਿਕਟ ਮਤਲਬ ਵਿੱਚ ਗੈਪ ਜ਼ਰੂਰ ਤੋਂ ਜ਼ਿਆਦਾ ਆ ਗਿਆ ਮਤਲਬ। ਹਾਂਜੀ ਹਾਂਜੀ। ਇਹ ਅੱਛਾ ਜਿਹੜੇ ਇੱਕ ਪ੍ਰਧਾਨ ਮੰਤਰੀ ਰਹੇ ਉਹਨਾਂ ਦਾ ਕੱਦ ਛੋਟਾ ਸੀ, ਹਾਂਜੀ ਹਾਂ ਪ੍ਰਧਾਨ ਹਾਂ ਕੱਦ ਛੋਟਾ ਸੀ, ਉਹ ਬਾਦਲ ਸਾਹਿਬ ਨੂੰ ਕਹਿ ਸਕਣ ਦੇ ਸਮਰੱਥ ਨਹੀਂ ਸੀ, ਸਾਰਾ ਕੰਟਰੋਲ ਬਾਦਲ ਸਾਹਿਬ ਦੇ ਕੋਲ ਆ ਗਿਆ। ਹੂੰ ਬਾਦਲ ਸਾਹਿਬ ਹੀ ਟਿਕਟਾਂ ਦਿੰਦੇ, ਐਮਐਲਏ ਵੀ ਉਹੀ ਬਣਾਉਂਦੇ, ਐਮਪੀ ਵੀ ਉਹੀ ਬਣਾਉਂਦੇ, ਮੈਂਬਰ ਵੀ ਉਹੀ ਬਣਾਉਂਦੇ, ਅਹੁਦੇਦਾਰ ਵੀ ਉਹੀ ਬਣਾਉਂਦੇ, ਐਗਜ਼ੈਕਟਿਵ ਮੈਂਬਰ ਵੀ ਉਹੀ ਬਣਾਉਂਦੇ, ਉੱਪਰੋਂ ਹੀ ਲਿਸਟ ਆਉਂਦੀ ਹੈ ਸਾਰੀ। ਅਧਿਕਾਰ ਹੀ ਨਹੀਂ ਸੀ, ਕੋਈ ਲੀਡਰ ਹੈ ਹੀ ਨਹੀਂ ਸੀ। ਜਿਹੜਾ ਬਰਾਬਰ ਦਾ ਲੀਡਰ ਸੀ ਉਹ ਛਾਂਕ ਕੇ ਉਹਨਾਂ ਨੇ ਹੌਲੀ ਹੌਲੀ ਕਰਕੇ ਸਾਰੇ ਬਾਹਰ ਮਾਰੇ ਕੱਢ ਕੇ। ਬਹੁਤ ਅਨਫੋਰਚੂਨੇਟ। ਅੱਛਾ, ਹੁਣ ਥੋੜਾ ਜਿਹਾ ਲੋਕਾਂ ਵਿੱਚ ਵੀ ਇਹਦੇ ਬਾਰੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਬਹੁਤ ਸਟਰੋਂਗ ਆ, ਮਤਲਬ ਜੋ ਵੀ ਕਿਸੇ ਦਾ ਓਪੀਨੀਅਨ ਹੋਵੇ, ਹੋਰ ਨਹੀਂ ਤਾਂ ਆਪਣੇ ਮੋਬਾਈਲ ਤੇ ਰਿਕਾਰਡ ਕਰਕੇ ਪਾ ਦਿੰਦਾ, ਜਿਹਨੂੰ ਅੱਛਾ ਲੱਗੇ ਉਹ ਸਰਕੂਲੇਟ ਹੋ ਜਾਂਦਾ, ਜੇ ਪ੍ਰੋਵਾਈਡਡ ਲੌਜੀਕਲ ਗੱਲ ਹੋਵੇ। ਹੁਣ ਸਾਨੂੰ ਇਹ ਖਮੀਆਂ ਵੀ ਪਤਾ ਹੈਗਾ, ਜਾਂ ਹੋਰ ਵੀ ਹੈਗਾ। ਢੀਂਡਸਾ ਸਾਹਿਬ ਜਿਹੜਾ ਕੱਲ੍ਹ ਪਰਸੋਂ ਵੀ ਇੱਕ ਇਹਨਾਂ ਨੇ ਇੱਥੇ ਜਲੰਧਰ 'ਚ ਸੈਮੀਨਾਰ ਕੀਤਾ ਸੀ, ਹੋਰ ਵੀ ਤੁਹਾਨੂੰ ਪਤਾ ਬੜੇ ਗਰੁੱਪਿਜ਼ਮ ਹੋ ਰਹੀ ਹੈ, SGPC ਦੀ ਇਲੈਕਸ਼ਨ ਵੀ ਡਿਊ ਹੈਗੀ ਆ। ਜੇ ਕੁਛ ਇਹ ਸਾਰਾ ਰਲ ਕੇ ਕੁਝ ਚੇਂਜ ਕਰਨਾ ਚਾਹੁੰਦੇ ਨਿਜ਼ਾਮ ਨੂੰ, ਇਹ ਪੋਸੀਬਲ ਆ ਕਿ ਜਾਂ ਕੀ ਕੁਛ ਇਹਦੇ ਲਈ ਉਪਰਾਲਾ ਕਰਨ ਦੀ ਲੋੜ ਹੈਗੀ? ਔਰ ਇਸ ਮੈਂ ਨਾ ਬੜੀ ਬੇਬਾਕੀ ਨਾਲ, ਕਿਉਂਕਿ ਕੌਮੀ ਮਸਲਾ, ਮੈਂ ਦੱਸ ਦਿੰਦਾ ਤੁਹਾਨੂੰ। ਦੇਖੋ, ਮੈਨੂੰ ਏਦਾਂ ਲੱਗਦਾ ਹਾਂਜੀ ਵੀ ਜਿਹੜੇ ਸੰਤ ਸਮਾਜ ਦੇ ਕੁਝ ਆਗੂ ਹੈ ਨਾ, ਹਾਂਜੀ, ਉਹ ਇੱਕ ਧਿਰ ਬਾਦਲਾਂ ਨਾਲ ਵੱਧ ਗਈ ਹੈ, ਇੱਕ ਉਲਟਿਆ। ਜਿਹੜੀ ਇੱਕ ਧਿਰ ਉਹਨਾਂ ਸੰਤਾਂ ਦੇ ਖਿਲਾਫ ਵਾਲੀ ਆ, ਉਹ ਢੀਂਡਸਾ ਸਾਹਿਬ ਦੇ ਗਰੁੱਪ ਨਾਲ ਦੁਆਲੇ ਕੰਸੋਲੀਡੇਟ ਹੋ ਰਹੀ ਹੈ। ਹਾਂਜੀ ਹਾਂ, ਬਿਲਕੁਲ ਠੀਕ ਹੈ। ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ, ਇਹ ਨਿੱਜੀ ਪ੍ਰਬੰਧ ਨੂੰ ਤੋੜ ਕੇ ਸੰਗਤੀ ਪ੍ਰਬੰਧ ਸਥਾਪਿਤ ਕੀਤਾ ਗਿਆ। ਹਾਂਜੀ, ਤੇ ਅੱਜ ਜਿਹੜੇ ਨਿੱਜੀ ਪ੍ਰਬੰਧ ਵਾਲੇ ਆ, ਉਹ ਸੰਗਤੀ ਪ੍ਰਬੰਧ ਤੇ ਭਾਰੂ ਹੋ ਰਹੇ ਆ, ਦੋਨੋਂ ਪਾਸੇ, ਪ੍ਰੋ ਬਾਦਲ ਵੀ ਤੇ ਅਗੇਂਸਟ ਬਾਦਲ ਵੀ। ਉਹ ਜਦੋਂ ਸੰਗਤੀ ਪ੍ਰਬੰਧ ਤੇ ਨਿੱਜੀ ਪ੍ਰਬੰਧ ਦਾ ਕਲੈਸ਼ ਹੋਏਗਾ, ਤੇ ਉਹ ਫਿਰ ਨਤੀਜੇ ਬਹੁਤੇ ਵਧੀਆ ਨਹੀਂ ਨਿਕਲਣੇ। ਔਰ ਇਹ ਜਿਹੜੇ ਸੰਤ ਸਮਾਜ ਦੇ ਆਗੂ, ਚਾਹੇ ਬਾਦਲ ਸਾਹਿਬ ਨਾਲ ਹੈ, ਚਾਹੇ ਢੀਂਡਸਾ ਸਾਹਿਬ ਨਾਲ ਹੈ, ਵੱਡੀ ਗੱਲ ਤਾਂ ਇਹ ਹੈ ਵੀ ਜਿਸ ਧਿਰ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਲੈਣਾ, ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦੇ ਪਾਬੰਦ ਰਹਿਣਾ ਪੈਣਾ। ਬਿਲਕੁਲ ਠੀਕ ਹੈ। ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਕੋਈ ਡੇਰੇਦਾਰ ਨਹੀਂ ਮੰਨ ਰਿਹਾ, ਕੋਈ ਸੰਪਰਦਾ ਨਹੀਂ ਮੰਨ ਰਹੀ, ਇੱਕ ਦੂਜੇ ਦੇ ਨਾਲ ਮਰਜ਼ਾਦਾ ਨਹੀਂ ਲੜਦੀ। ਹਾਂਜੀ ਹਾਂ, ਠੀਕ ਠੀਕ। ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪੰਥ ਪ੍ਰਵਾਨਿਤ ਮਰਜ਼ਾਦਾ ਆ, ਉਹਦਾ ਐਲਾਨ ਤਾਂ ਕਰਨਾ ਚਾਹੀਦਾ ਵੀ ਅਸੀਂ ਮੰਨਾਂਗੇ ਕਿ ਨਾ ਮੰਨਾਂਗੇ। ਜੇ ਇਹੀ ਹੈ ਵੀ ਫਲਾਨਾ ਬਾਦਲ ਸਾਹਿਬ ਨਾਲ ਤੁਰਿਆ ਤੇ ਅਸੀਂ ਉਹਦੇ ਖਿਲਾਫ ਵਾਲੇ ਢੀਂਡਸਾ ਸਾਹਿਬ ਨਾਲ ਤੁਰ ਪਈਏ, ਫੇਰ ਗੱਟ ਨਹੀਂ ਕੋਈ। ਹਾਂ, ਬਹੁਤ ਲੌਜੀਕਲ ਪੁਆਇੰਟ ਆ। ਕੀ ਹੈ, ਕੌਮ ਦਾ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਹੈ। ਹਾਂਜੀ, ਤੇ ਇਹ ਜਿਹੜੇ ਕੁਝ ਡੇਰੇ ਆ ਜਾਂ ਹੋਰ ਹੈਗੇ ਆ, ਜਿਹੜੇ ਆਪਣੇ ਆਪ ਨੂੰ ਕਲੇਮ ਕਰਦੇ ਵੀ ਅਸੀਂ ਅਕਾਲ ਤਖਤ ਸਾਹਿਬ ਨਾਲ ਜਾਂ ਬਾਦਲ ਸਾਹਿਬ ਨਾਲ ਜਾਂ ਹੋਰਨਾਂ ਨਾਲ ਜੁੜੇ ਹੈਗੇ, ਮਰਿਆਦਾ ਫੋਲੋ ਕਿਉਂ ਨਹੀਂ ਕਰਦੇ? ਉੱਥੇ ਕੀ ਪ੍ਰੋਬਲਮ ਉਹਨਾਂ ਨੂੰ? ਨਹੀਂ, ਅਕਾਲ ਤਖਤ ਸਾਹਿਬ ਨੂੰ ਮੰਨਣਾ ਕੋਈ ਇੱਟਾਂ ਕੰਧਾਂ ਨੂੰ ਮੰਨਣਾ ਨਹੀਂ ਹੈ। ਅਕਾਲ ਤਖਤ ਸਾਹਿਬ ਨੂੰ ਮੰਨਣਾ, ਅਕਾਲ ਤਖਤ ਸਾਹਿਬ ਦੇ ਹੋਏ ਫੈਸਲਿਆਂ ਨੂੰ ਮੰਨਣਾ ਹੀ ਹੋਣਾ ਚਾਹੀਦਾ ਨਾ। ਹਾਂਜੀ ਹਾਂ, ਬਿਲਕੁਲ ਠੀਕ ਹੈ। ਅਕਾਲ ਤਖਤ ਸਾਹਿਬ ਨੇ ਫੈਸਲਾ ਕੀਤਾ ਨਾ ਵੀ ਆਹ ਮਰਜ਼ਾਦਾ ਜ਼ਿੰਦਗੀ 'ਚ ਅਡਾਪਟ ਹੋਣੀ ਆ। ਬੇਸ਼ੱਕ ਉਹ ਮਰਜ਼ਾਦਾ ਸੰਪਰਦਾਵਾਂ ਦੀ, ਆਪਣੇ ਸੰਪਰਦਾ ਦੇ ਅੰਦਰ ਉਹ ਆਪਣੀ ਮਰਜ਼ਾਦਾ ਮੰਨਣ, ਪਰ ਪੰਥਕ ਤੌਰ ਤੇ ਤਾਂ ਪੰਥ ਦੀ ਮਰਜ਼ਾਦਾ ਮੰਨਣ। ਹਾਂ, ਪੰਥਕ ਤੌਰ ਤੇ ਪੰਥ ਦੀ ਮੰਨਣੀ ਪਏਗੀ। ਹਾਂ, ਬਿਲਕੁਲ ਠੀਕ ਹੈ। ਜਿਹੜਾ ਰੂਲਿੰਗ ਪਾਰਟੀ ਦੇ ਜ਼ਿਆਦਾ ਨੇੜੇ ਹੋ ਜਾਂਦਾ, ਉਹਦੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ, ਜਿਵੇਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਤੋੜਨ ਦੇ ਵੇਲੇ ਉਹਨਾਂ ਨੇ ਆਪਣਾ ਕਾਮਯਾਬ ਹੋ ਗਏ। ਹਾਂਜੀ ਹਾਂਜੀ ਹਾਂਜੀ, ਇਹ ਹੁਣ ਹੋਰ ਭਾਰੂ ਹੋ ਗਏ ਤੇ ਉਹ ਫਿਰ ਮਰਜ਼ਾਦਾ ਨੂੰ ਹੱਥ ਪਾਉਣਗੇ। ਇਹ ਜਿੰਨਾ ਕੁ ਸੀਨ ਵਿਜ਼ੂਅਲਾਈਜ਼ ਅਸੀਂ ਕਰ ਸਕਦੇ ਹਾਂ ਇਨ ਦਾ ਕਮਿੰਗ ਈਅਰਸ, ਬਹੁਤ ਮਤਲਬ ਐਨਕਰੇਜਿੰਗ ਨਹੀਂ ਹੈਗਾ ਸਿੱਖ ਪੰਥ ਲਈ। ਮਤਲਬ ਇਹਦੇ ਵਿੱਚ ਕਲੈਸ਼ਿਸ ਬਹੁਤ ਆ, ਪੋਲਿਟਿਕਸ ਬਹੁਤ ਆ, ਤੇ ਹੁਣ ਗੁਰੂਆਂ ਦਾ ਮੈਸੇਜ ਵੀ ਤੁਸੀਂ ਅਗਲੀ ਜਨਰੇਸ਼ਨ ਦਾ ਜਾਣਾ ਚਾਹੀਦਾ ਹੈਗਾ। ਇਹ ਕਿਵੇਂ ਹੋਏਗਾ ਓਵਰਆਲ ਬੈਲੈਂਸ? ਦੇਖੋ, ਮੈਂ ਤਾਂ ਇਹ ਹਰ ਵਾਰੀ ਇਹ ਗੱਲ ਬਾਰ-ਬਾਰ ਕਹਿਣਾ ਵੀ ਪੰਥਕ ਏਕਤਾ ਦਾ ਸੂਤਰਧਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਹੀ ਹੈ।
ਬਿਲਕੁਲ ਠੀਕ ਹੈ। ਅਸੀਂ ਵੀ ਦੋ ਤਰ੍ਹਾਂ ਦੀ ਮਰਜ਼ਾਦਾ ਜ਼ਿੰਦਗੀ ਜਿਉਂਦੇ ਆ, ਜਿਹੜੇ ਅਸੀਂ ਗ੍ਰਸਤੀ ਲੋਕ ਹੈ। ਆਪਣੇ ਘਰਾਂ ਦੇ ਵਿੱਚ ਸਾਡੀ ਬੋਲਬਾਣੀ ਪਹਿਰਾਵਾ ਹੋਰ ਤਰ੍ਹਾਂ ਦਾ ਹੁੰਦਾ। ਹਾਂਜੀ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ, ਉਹ ਮਰਜ਼ਾਦਾ ਸਾਡੀ ਹੋਰ ਤਰ੍ਹਾਂ ਦੀ ਹੁੰਦੀ। ਹਾਂ ਬਿਲਕੁਲ ਠੀਕ ਹੈ। ਹਾਂਜੀ ਹਾਂਜੀ। ਇਹ ਸਮਾਜਿਕ ਮਰਜ਼ਾਦਾ ਹੈ, ਪੰਥ ਦੀ ਮਰਜ਼ਾਦਾ ਹੈ, ਜਿਹੜੀ ਕਾਮਨ ਕੋਡ ਹੈ, ਕਾਮਨ ਕੋਡ ਆਫ ਕੰਡਕਟ ਹੈ। ਇਹ ਕਾਮਨ ਕੋਡ ਆਫ ਕੰਡਕਟ ਹੀ ਸਾਨੂੰ ਸਾਰਿਆਂ ਨੂੰ ਇਕੱਠੇ ਕਰਦਾ। ਘਰ ਦੇ ਵਿੱਚ ਭਾਵੇਂ ਸਾਡੀ ਕਿਸੇ ਤਰ੍ਹਾਂ ਦਾ ਵੀ ਹੋਵੇ, ਜਦੋਂ ਅਸੀਂ ਕਾਮਨ ਕੋਡ ਆਫ ਕੰਡਕਟ ਦੇ ਵਿੱਚ ਆ ਜਾਂਦੇ ਹਾਂ, ਇਸੇ ਤਰ੍ਹਾਂ ਸੰਪਰਦਾਵਾਂ ਦੀ, ਡੇਰਿਆਂ ਦੀ ਮਰਜ਼ਾਦਾ ਆਪੋ ਆਪਣੀ ਹੋ ਸਕਦੀ ਹੈ, ਹੈਗੀ ਵੀ ਹੈ। ਹਾਂਜੀ ਹਾਂਜੀ। ਪਰ ਪੰਥਕ ਤੌਰ ਤੇ ਜਦੋਂ ਵਿਚਰਨ ਲੱਗਦੇ, ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਤੋਂ ਇੱਧਰ ਉੱਧਰ ਨਹੀਂ ਹੋਇਆ ਜਾ ਸਕਦਾ। ਇੱਕ ਭੌਰ ਸਾਹਿਬ, ਹੋਰ ਬੜਾ ਇੱਕ ਮੇਜਰ ਪੁਆਇੰਟ ਆਫ ਕੰਸਰਨ ਆ ਇਹਦੇ ਲਈ, ਸਿੱਖ ਪੰਥ ਲਈ, ਸਿੱਖ ਕੌਮ ਲਈ, ਜਿਹੜੇ ਬਹੁਤ ਸਾਰੇ, ਬਹੁਤ ਹੀ ਘੱਟ ਜਿਹੜੇ ਬੱਚੇ ਆ, ਲੜਕੇ ਲੜਕੀਆਂ, ਇਹ ਕੰਪੀਟੀਟਿਵ ਐਗਜ਼ਾਮ ਕਲੀਅਰ ਕਰ ਪਾਉਂਦੇ ਹੈਗੇ ਆ। ਮਤਲਬ ਤਾਂ ਕਿ ਇੱਕ ਡਿਸੀਜ਼ਨ ਮੇਕਿੰਗ ਅਹੁਦੇ ਤੇ ਪਹੁੰਚਣ। ਹੁਣ ਕਰਤਾਰਪੁਰ ਕੋਰੀਡੋਰ ਆ, ਇਹ ਚਾਹੇ ਪਾਕਿਸਤਾਨ ਨੇ ਖੋਲ ਵੀ ਦਿੱਤਾ ਹੈਗਾ, ਇੰਡੀਅਨ ਸਾਈਡ ਤੋਂ ਨਹੀਂ ਖੋਲਦਾ, ਕਿਉਂਕਿ ਉੱਥੇ ਕੋਈ ਸ਼ਾਇਦ ਮਿਨਿਸਟਰੀ ਆਫ ਹੋਮ ਅਫੇਅਰ 'ਤੇ ਕੋਈ ਸਿੱਖ ਰਿਪਰੈਜ਼ੈਂਟੇਟਿਵ ਕੋਈ ਅਫਸਰ ਨਹੀਂ ਹੈਗਾ, ਕਿਉਂਕਿ ਸਾਰਾ ਸਿਸਟਮ ਵਰਲਡ ਦਾ ਲੌਬਿੰਗ ਸਿਸਟਮ ਤੇ ਚੱਲਦਾ ਹੈਗਾ। ਤੁਹਾਡੀ ਉੱਥੇ ਕੋਈ ਗੱਲ ਦੱਸਣ ਵਾਲਾ ਹੀ ਨਹੀਂ ਹੈਗਾ। ਤੇ ਇੱਦਾਂ ਬਾਕੀ ਮਿਨਿਸਟਰੀਆਂ ਵਿੱਚ ਜਾਂ ਈਵਨ ਸਟੇਟ ਗੌਰਮੈਂਟ 'ਤੇ ਵੀ ਇਹਦੇ ਬਾਰੇ ਕੀ ਵਿਚਾਰ ਹੈ? ਕੋਈ ਇੱਦਾਂ ਦੇ ਇਹਨਾਂ ਨੂੰ ਫੰਡ ਕੱਢ ਕੇ ਕੋਚਿੰਗ ਇੰਸਟੀਚਿਊਟ ਨਹੀਂ ਖੋਲ੍ਹਣੀਆਂ ਚਾਹੀਦੀਆਂ ਵੀ ਉਹਨਾਂ ਨੂੰ ਜਿਹੜੇ ਡਿਜ਼ਰਵਿੰਗ ਬੱਚੇ ਉਹਨਾਂ ਨੂੰ ਕੰਪੀਟੀਟਿਵ ਐਗਜ਼ਾਮ ਤਿਆਰ ਕਰਾਉਣ? ਨਹੀਂ, ਮੈਂ ਜਿਹੜੀ ਪਹਿਲਾਂ ਬੇਨਤੀ ਕੀਤੀ ਹੈ ਨਾ, ਜਿਹੜਾ ਉਹ ਸਰਵੇ ਦੀ ਮੈਂ ਗੱਲ ਕੀਤੀ ਆ, ਉਹਦੇ 'ਚ ਸਾਰਾ ਕੁਝ ਇਹੀ ਹੈ ਵੀ ਤੁਸੀਂ ਵਿਦਿਅਕ ਮਿਆਰ ਕੀ ਹੈ, ਆਰਥਿਕ ਮਿਆਰ ਦੇਖੋ ਕੀ ਹੈ, ਸਮਾਜਿਕ ਮਿਆਰ ਕੀ ਹੈ, ਧਾਰਮਿਕ ਮਿਆਰ ਕੀ ਹੈ, ਫਿਰ ਪਾਲਿਸੀ ਤਾਂ ਉਹਦੇ ਹਿਸਾਬ ਨਾਲ ਬਣ। ਹਾਂ, ਪਾਲਿਸੀ ਉਹਦੇ ਹਿਸਾਬ ਨਾਲ ਬਣਨੀ। ਯੈਸ ਯੈਸ। ਇਹ ਕਹਿੰਦੇ ਨੇ ਜੀ ਫਲਾਣੇ ਲੀਡਰ ਦਾ ਫੋਨ ਆ ਗਿਆ, 5 ਲੱਖ ਉੱਥੇ ਭੇਜ ਦਿਓ ਜੀ, 4 ਲੱਖ ਉੱਥੇ ਭੇਜ ਦਿਓ ਜੀ, 16 ਕਰੋੜ ਦਾ ਪੰਡਾਲ ਲਾਉਣਾ ਜੀ, ਫਲਾਣੇ ਦੀ ਇਹਨੂੰ ਹਾਰ ਲਿਆਉਣੇ ਆ ਜੀ, ਫਿਰ ਕੌਮ ਦਾ ਪ੍ਰਬੰਧ ਨਹੀਂ ਹੋਣਾ। ਹਾਂਜੀ ਹਾਂਜੀ ਹਾਂਜੀ। ਸੋ ਇਹ ਬਹੁਤ ਜ਼ਰੂਰੀ। ਹਾਂਜੀ ਹਾਂਜੀ, ਗੱਲ ਕਰ ਲਓ ਤੁਸੀਂ। ਆਪਣੇ ਬੱਚਿਆਂ ਦੀ, ਸਾਡੀ ਕੌਮ ਦੀ ਗੁਰਦੁਆਰਾ ਪ੍ਰਬੰਧ ਤੋਂ ਇਲਾਵਾ ਵੀ ਬਹੁਤ ਲੋੜਾਂ ਨੇ। ਗੁਰਦੁਆਰਾ ਪ੍ਰਬੰਧ ਸਾਡੀ ਮੰਜ਼ਿਲ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ। ਇਸ ਤੋਂ ਇਲਾਵਾ ਵੀ ਕੌਮ ਦੀਆਂ ਆਰਥਿਕ ਸਮੱਸਿਆਵਾਂ ਨੇ, ਸਮਾਜਿਕ ਸਮੱਸਿਆਵਾਂ ਨੇ, ਰਾਜਨੀਤਿਕ ਸਮੱਸਿਆਵਾਂ ਨੇ। ਇਹ ਸਾਰੀਆਂ ਦੇ ਹੱਲ ਦੇ ਲਈ ਸਾਨੂੰ ਉਸ ਖੇਤਰ ਦੇ ਵਿੱਚ ਵੀ ਕੰਮ ਕਰਨਾ ਚਾਹੀਦਾ, ਨਿਕਲਣਾ ਚਾਹੀਦਾ ਉਸ ਪਾਸੇ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ। ਅੱਛਾ, ਇਹ ਹੁਣ ਜਿਹੜੀਆਂ ਇਲੈਕਸ਼ਨ ਜਿਹੜੀਆਂ ਡਿਊ ਆ SCPC ਦੀਆਂ ਹੈਗੀਆਂ, ਇਹਦੇ ਵਿੱਚ ਜਿਹੜਾ ਖਾਸ ਤੌਰ ਤੇ ਮੈਨੂੰ ਕੋਈ ਦੱਸਦੇ ਸੀ, ਜਦੋਂ ਵੋਟਾਂ ਬਣਦੀਆਂ ਉਦੋਂ ਫੇਅਰ ਪ੍ਰੋਸੈਸ ਨਹੀਂ ਹੁੰਦਾ ਹੈਗਾ। ਇੱਕ ਪਾਰਟੀਕੂਲਰ ਧਿਰ ਵਾਲੀਆਂ ਜ਼ਿਆਦਾ ਬਣਾ ਲੈਂਦੀ ਆ। ਵੋਟਿੰਗ ਸਿਸਟਮ ਟਰਾਂਸਪੇਰੈਂਟ ਰਹੇ ਜਦੋਂ ਵੋਟਾਂ ਬਣਨੀਆਂ, ਜਾਂ ਇਹੋ ਲੋਕੀ ਐਕਟਿਵਲੀ ਪਾਰਟਿਸਿਪੇਟ ਕਰਨ, ਸਹੀ ਰਿਪਰੈਜ਼ੈਂਟੇਟਿਵ ਹੋਣ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਤਾਂ ਜਦੋਂ ਦਾ ਮੈਂਬਰ ਬਣਿਆ 1996 ਜਦੋਂ ਅਸੀਂ ਚੋਣ ਲੜੀ ਸੀ ਨਾ ਪਹਿਲਾਂ, ਹਾਂਜੀ, ਸਾਡੇ ਲਈ ਇੱਕ 16 ਸੂਤਰੀ ਪ੍ਰੋਗਰਾਮ ਸਾਨੂੰ ਦਿੱਤਾ ਗਿਆ ਸੀ। ਫਾਰਮ ਭਰਦੇ ਸੀ ਅਸੀਂ। 16 ਗੱਲਾਂ ਦਾ ਸਾਡੇ ਕੋਲੋਂ ਜਵਾਬ ਮੰਗਦੀ ਸੀ ਅਕਾਲੀ ਲੀਡਰਸ਼ਿਪ, ਤੇ ਉਹ ਜਿਹੜੀਆਂ 16 ਗੱਲਾਂ ਸੀ ਉਹਦੇ ਵਿੱਚ ਇਹੀ ਸੀ, ਤੁਹਾਡੀ ਪੰਥ ਪ੍ਰਤੀ ਕੀ ਪ੍ਰਤੀਬੱਧਤਾ ਹੈ, ਤੁਹਾਡੀ ਵਿਦਿਅਕ ਯੋਗਤਾ ਕੀ ਹੈ, ਤੁਸੀਂ ਗੁਰੂ ਸਾਹਿਬ ਦੇ ਬਾਰੇ ਕੀ ਜਾਣਦੇ ਹੋ, ਆਪਣੇ ਇਤਿਹਾਸ ਪ੍ਰਤੀ ਤੁਹਾਡੀ ਕੀ ਜਾਣਕਾਰੀ ਹੈ, ਪੰਥ ਪ੍ਰਤੀ ਕਮਿਟਮੈਂਟ ਕੀ ਹੈ, ਤੁਸੀਂ ਕੀ ਪੰਥ ਲਈ ਕੀਤਾ ਹੁਣ ਤਾਈਂ। ਇਹ ਸਾਰੀਆਂ ਗੱਲਾਂ ਪੁੱਛੀਆਂ ਜਾਂਦੀਆਂ ਸੀ। ਸਮਝ। ਔਰ ਪੁੱਛਦੇ ਕੌਣ ਸੀਗੇ? ਇਕੱਲਾ ਇੱਕ ਪਰਿਵਾਰ ਨਹੀਂ ਸੀ ਪੁੱਛਦਾ। ਜਦੋਂ ਅਸੀਂ ਇੰਟਰਵਿਊ ਦਿੱਤੀ, ਸਾਰੇ ਵੱਡੇ ਲੀਡਰ ਬੈਠੇ ਸੀ। ਜਦੋਂ ਮੈਂ ਇੰਟਰਵਿਊ ਦਿੱਤੀ, ਟੌੜਾ ਸਾਹਿਬ ਵਿੱਚ ਸੀਗੇ, ਬਾਦਲ ਸਾਹਿਬ ਵਿੱਚ ਸੀ, ਬਰਨਾਲਾ ਸਾਹਿਬ ਵਿੱਚ ਸੀਗੇ, ਤਲਵੰਡੀ ਸਾਹਿਬ ਵਿੱਚ ਸੀਗੇ, ਸਾਰੇ ਵੱਡੇ ਲੀਡਰ, ਬਡਾਲਾ ਸਾਹਿਬ, ਸਭ ਵੱਡੇ ਸੀ। ਔਰ ਉਹ ਸਾਰਿਆਂ ਦੀ ਤਸੱਲੀ ਕਰਾਉਣ। SCPC ਮੈਂਬਰ ਲਈ ਖੜਾ ਹੋਣਾ ਹੁੰਦਾ ਸੀ, ਉਹਦੀ ਗੱਲ ਕਰਦੇ ਹੋ ਤੁਸੀਂ? ਉਹਦੇ ਲਈ। ਅੱਛਾ, ਹੁਣ ਕੀ ਹੈ? ਉਸ ਤੋਂ ਬਾਅਦ ਸਾਰਾ ਕੰਟਰੋਲ ਬਾਦਲ ਸਾਹਿਬ ਦੇ ਹੱਥ ਆ ਗਿਆ। ਜੀ ਹਾਂਜੀ। ਫਿਰ ਇਹ 16 ਸੂਤਰੀ ਫਾਰਮ ਵੀ ਖਤਮ ਹੋ ਗਿਆ। ਫਿਰ ਤੇ ਹੋ ਗਿਆ ਜਿਹੜਾ ਬਾਦਲ ਸਾਹਿਬ ਦੇ ਉਹਨਾਂ ਦੀ ਵਫਾਦਾਰੀ ਰੱਖ ਸਕਦਾ ਉਹਨੂੰ ਟਿਕਟ ਮਿਲ ਜਾਂਦੀ, ਦੂਜੇ ਨੂੰ ਨਹੀਂ ਮਿਲਦੀ। ਮੈਂ ਫਿਰ ਵੀ ਜਦੋਂ ਅਗਲੀ ਇਲੈਕਸ਼ਨ ਹੋਈ 2004 ਦੀ, ਜਥੇਦਾਰ ਸਾਹਿਬਾਨ ਨੂੰ ਮਿਲ ਕੇ ਕਿਹਾ ਸੀ ਵੀ ਤੁਸੀਂ ਆਪਣੇ ਤੌਰ ਤੇ ਇੱਕ ਸਕਰੀਨਿੰਗ ਕਮੇਟੀ ਬਣਾ ਦਿਓ, ਚਾਹੇ ਜਥੇਦਾਰਾਂ ਦੀ ਬਣਾ ਦਿਓ, ਚਾਹੇ ਪੰਥ ਦੇ ਵਿਦਵਾਨਾਂ ਦੀ ਬਣਾ ਦਿਓ। ਹਾਂਜੀ ਹਾਂਜੀ। ਜਿਹੜੀ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਚਾਹੀਦੀ, ਆਪਣੇ ਆਪਣੇ ਉਮੀਦਵਾਰਾਂ ਦੀ ਲਿਸਟ ਤੁਹਾਨੂੰ ਭੇਜ ਦੇਵੇ, ਤੁਸੀਂ ਉਹਨਾਂ ਨੂੰ ਸਮੇਤ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਜਿਹੜੀ ਸਕਰੀਨਿੰਗ ਕਮੇਟੀ ਬਣਾਓ ਉਹਦੇ ਸਾਹਮਣੇ ਪੇਸ਼ ਕਰਾਓ। ਹਾਂ ਬਿਲਕੁਲ ਠੀਕ।
ਉਹਨਾਂ ਦੇ ਪਰਿਵਾਰ ਦੀ ਕਮਿਟਮੈਂਟ, ਪੰਥ ਪ੍ਰਤੀ ਸੇਵਾਵਾਂ, ਸਾਰਾ ਕੁਝ ਦੇਖਣ ਤੋਂ ਬਾਅਦ ਉਹਨਾਂ ਨੂੰ NOC ਦਿਓ ਵੀ ਇਹ ਬੰਦਾ ਯੋਗ ਹੈ, ਚੋਣ ਲੜ ਸਕਦਾ ਹੈ ਕਿ ਨਹੀਂ ਲੜ ਸਕਦਾ। ਤੇ ਫਿਰ ਉਹ ਜਿਸ ਪਾਰਟੀ ਵੱਲੋਂ ਵੀ ਚੋਣ ਲੜਨ, ਬੇਸ਼ੱਕ ਬਾਦਲ ਸਾਹਿਬ ਵੱਲੋਂ ਲੜਨ, ਮਾਨ ਸਾਹਿਬ ਵੱਲੋਂ ਲੜਨ, ਢੀਂਡਸਾ ਸਾਹਿਬ ਵੱਲੋਂ ਲੜਨ, ਕਿਸੇ ਵੱਲੋਂ ਲੜਨ, ਲੜੇ ਉਹੀ ਜਿਹਦੇ ਕੋਲ ਤੁਹਾਡੀ NOC ਹੋਵੇ। ਹਾਂ, ਜਿਹਦੇ ਕੋਲ ਉਹ NOC ਹੈਗੀ। ਹਾਂ, ਇੱਕ ਬਹੁਤ ਅੱਛਾ ਲੌਜੀਕਲ ਸੁਝਾਅ ਹੈਗਾ। ਨਾਲ ਕੁਝ ਬਚਾਅ ਹੋ ਸਕਦਾ ਹੈ। ਮੈਂ ਤੁਹਾਡੀ ਜਾਣਕਾਰੀ ਲਈ ਦੱਸਣ ਲੱਗਾ, ਜਦੋਂ ਅਸੀਂ 16 ਫਾਰਮ ਭਰ ਕੇ ਵੀ ਸਾਡੀ ਜਦੋਂ ਚੋਣ ਹੋਈ, ਉਸ ਵੇਲੇ ਵੀ ਸਾਡੇ ਨਾਲ ਕਈ ਐਸੇ ਆ ਗਏ ਸੀ ਜਿਹੜੇ ਭੁੱਕੀ ਵੇਚਣ ਵਾਲੇ ਸੀ। ਉਹਨਾਂ ਦੇ ਕੇਸ ਵੀ ਦਰਜ ਹੋਏ, ਸਜ਼ਾਵਾਂ ਵੀ ਭੁਗਤੀਆਂ, ਔਰ ਅਸੀਂ ਪੁੱਛਿਆ ਵੀ ਉਹਨਾਂ ਨੂੰ ਵੀ ਤੂੰ ਕਿੱਦਾਂ ਆ ਗਿਆ। ਅਸੀਂ ਜਾਣਦੇ ਸੀ ਇੱਕ ਦੂਜੇ ਨੂੰ। ਉਹ ਕਹਿਣ ਲੱਗੇ ਮੈਨੂੰ ਤਾਂ ਗਿਆ ਸੀ ਵੀ ਤੂੰ ਕਿਰਪਾਨ ਪਾ ਕੇ ਸਵੇਰੇ ਆ ਜੀ, ਟਿਕਟ ਦੇਣਾ ਸਾਡਾ ਕੰਮ ਹੈ, ਪਰ ਵਫਾਦਾਰ ਰਹਿਣਾ ਸਾਡਾ। ਇਹ ਸਾਰਾ ਕੁਝ ਖਤਮ ਹੋਣਾ ਚਾਹੀਦਾ ਹੈ। ਔਰ ਜਿਹੜਾ ਇਲੈਕਸ਼ਨ ਸਿਸਟਮ ਹੈ, ਇਹਨੂੰ ਹੁਣ ਆਪਾਂ ਛੇਤੀ ਕਿਤੇ ਛੱਡ ਤਾਂ ਸਕਾਂਗੇ ਨਹੀਂ, ਕਿਉਂਕਿ ਐਕਟ ਦੇ ਘੇਰੇ ਵਿੱਚ ਆ ਗਏ। ਇਹ ਚੋਣ ਕਮਿਸ਼ਨ ਦੇ ਉੱਤੇ ਵੀ ਦਬਾਅ ਪਾਵਾਂਗੇ। ਮੈਂ ਵੀ ਕੋਸ਼ਿਸ਼ ਕਰੂੰਗਾ ਆਪਣੇ ਤੌਰ ਤੇ ਵੀ ਜਿਵੇਂ ਬਾਕੀ ਬਣਦੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੂੰ ਐਵੇਂ ਅਣਗਹਿਲੀ ਨਾਲ ਨਾ ਲਓ ਵੀ ਜਿਵੇਂ ਅੱਗੇ ਢਾਬਿਆਂ ਤੇ ਬਹਿ ਕੇ ਬੰਦੇ ਵੋਟਾਂ ਬਣਾ ਲੈਂਦੇ ਆ ਨਾ ਅਕਾਲੀ, ਏਦਾਂ ਨਾ ਬਣਨ। ਜਿੱਦਾਂ ਬਾਕੀ ਮਹਿਕਮੇ ਘਰੋਂ ਘਰ ਜਾ ਕੇ ਸ਼ਨਾਖਤ ਕਰਕੇ ਵੋਟ ਬਣਾਉਂਦੇ ਆ, ਜ਼ਿੰਮੇਵਾਰੀ ਉਹਨਾਂ ਦੀ ਹੋ। ਬਿਲਕੁਲ। ਚਲੋ ਅਖੀਰ ਵਿੱਚ ਭੌਰ ਸਾਹਿਬ, ਇਹ ਮਸਲਾ ਤਾਂ ਬੜਾ ਵੱਡਾ ਹੈਗਾ, ਫਿਰ ਵੀ ਤੁਸੀਂ ਇਹ ਜਿਹੜਾ 100 ਸਾਲ ਪੂਰੇ ਹੋ ਗਏ ਆ, SCPC ਨੇ, ਸਮਾਜ ਨੇ ਅੱਗੇ ਵਧਣਾ ਹੈਗਾ, ਜਿੰਨਾ ਕੁ ਟ੍ਰਾਂਸਪੇਰੈਂਸੀ ਤੋਂ ਵੱਧ ਆ ਸਕੇ ਸਿਸਟਮ ਵਿੱਚ, ਉਹਦੇ ਬਾਰੇ ਕੀ ਕੁਛ ਸੁਝਾਅ ਦੇਣਾ ਚਾਹੁੰਦੇ ਹੋ? 2-4 ਮੁੱਖ ਸੁਝਾਅ। ਦੇਖੋ, ਮੈਂ ਇਹ ਮਹਿਸੂਸ ਕਰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਮਾਨਾਮਤੀ ਸੰਸਥਾ ਹੈ। ਇਹਦਾ ਵਿਰੋਧ ਕਰਨ ਦੇ ਲਈ ਵਿਰੋਧ ਨਹੀਂ ਹੋਣਾ ਚਾਹੀਦਾ, ਔਰ ਇਹਦੀ ਪਾਕੀਜ਼ਗੀ ਨੂੰ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਮੌਜੂਦਾ ਅਹੁਦੇਦਾਰਾਂ ਦੇ ਸਿਰ ਹੁੰਦੀ। ਜੇ ਕਿਤੇ ਕੋਈ ਸਵਾਲ ਕੌਮ ਵੱਲੋਂ ਖੜਾ ਹੁੰਦਾ, ਉਹਨਾਂ ਦੀ ਤਸੱਲੀ ਕਰਾਈ ਜਾਣੀ ਚਾਹੀਦੀ ਹੈ, ਤੇ ਤਾਂ ਕਿ ਇਹਦੀ ਭਰੋਸੇਯੋਗਤਾ ਬਣੀ ਰਹੇ। ਬਿਲਕੁਲ ਠੀਕ ਹੈ ਜੀ। ਭਰੋਸੇਯੋਗਤਾ ਤਾਂ ਦਾਅ ਤੇ ਲੱਗਦੀ ਹੈ ਜਦੋਂ ਅਸੀਂ ਆਪਣੇ ਕੀਤੇ ਗੁਨਾਹਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਹੁਣ ਛੁਪਦੇ ਨਹੀਂ, ਕਿਉਂਕਿ ਲੋਕ ਬਹੁਤ ਸਿਆਣੇ ਹੋ ਗਏ ਆ। ਹੁਣ ਮਾੜਾ ਮੋਟਾ ਦੇਖੋ, ਮਿਸਿੰਗ ਸਰੂਪਾਂ ਦਾ ਮਸਲਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਕਾਰਡ ਮੈਂਬਰਾਂ ਨੂੰ ਨਹੀਂ ਸੀ ਪਤਾ, ਪਰ ਉਹਨਾਂ ਦੇ ਵਿਰੋਧੀਆਂ ਦੇ ਕੋਲ ਸਾਰਾ ਰਿਕਾਰਡ ਪਹੁੰਚ ਗਿਆ ਸੀ। ਧਰਨੇ ਵੀ ਲੱਗੇ, ਡਾਂਗਾਂ ਵੀ ਫਿਰੀਆਂ, ਬਾਹਾਂ ਵੀ ਟੁੱਟੀਆਂ, ਇੱਥੇ ਤੱਕ ਨੌਬਤ ਨਾ ਆਵੇ। ਇਸ ਲਈ ਆਪਣੇ ਜਿਹੜੇ ਵਿਰੋਧੀ ਵੀ ਆ, ਉਹਨਾਂ ਦੀ ਗੱਲ ਸੁਣਨ ਦਾ ਮਾਦਾ ਪੈਦਾ ਕਰਨਾ ਚਾਹੀਦਾ, ਬੈਠ ਕੇ ਉਹਨਾਂ ਦੀ ਗੱਲ ਸੁਣ ਕੇ, ਕਿਉਂਕਿ ਕੌਮੀ ਜ਼ਿੰਮੇਵਾਰੀ ਹੈ। ਉਹਨਾਂ ਦੀ ਤਸੱਲੀ ਕਰਾਉਣੀ ਵੀ ਅਹੁਦੇਦਾਰਾਂ ਦਾ, ਮੌਜੂਦਾ ਪ੍ਰਬੰਧਕਾਂ ਦਾ ਕੰਮ ਹੈ, ਤਾਂ ਕਿ ਇਹ ਸੰਸਥਾ ਬਹੁਤ ਵੱਡੇ ਮਾਣ ਤੇ ਸਤਿਕਾਰ ਦੀ ਪਾਤਰ ਹੈ। ਇਹਦਾ ਸਤਿਕਾਰ ਇਸੇ ਤਰ੍ਹਾਂ ਬਣਿਆ। ਜਿਵੇਂ ਸਰਕਾਰਾਂ ਵਿੱਚ ਹੁੰਦਾ, ਓਪੋਜੀਸ਼ਨ ਲੀਡਰ ਦੀ ਵੀ ਪੂਰੀ ਕਦਰ ਹੁੰਦੀ ਹੈਗੀ, ਇਵਨ ਉਹਨਾਂ ਨੂੰ ਪ੍ਰੋਪਰ ਮਾਣ ਸਤਿਕਾਰ। ਇੱਦਾਂ ਜਿਹੜੀ ਵੀ ਓਪੋਜੀਸ਼ਨ ਹੈ, ਜਿਹੜੀ ਰੂਲਿੰਗ ਪਾਰਟੀ SCPC ਵਿੱਚ, ਦੂਜੀਆਂ ਧਿਰਾਂ ਜਿੰਨੀਆਂ ਵੀ ਹੈਗੀਆਂ, ਉਹਨਾਂ ਨੂੰ ਪ੍ਰੋਪਰ, ਜੇ ਕੋਈ ਕੁਐਰੀ ਹੁੰਦੀ, ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ ਜਵਾਬ ਦੇਣ। ਇਵਨ ਆਮ ਲੋਕਾਂ ਨੂੰ ਵੀ, ਜਿਵੇਂ ਤੁਸੀਂ ਪਹਿਲਾਂ ਕਿਹਾ, ਤੁਸੀਂ ਭੌਰ ਸਾਹਿਬ ਸਾਡੇ ਨਾਲ ਜੁੜੇ ਆਨਲਾਈਨ, ਬਹੁਤ ਵਧੀਆ ਗੱਲਾਂ ਕਹੀਆਂ ਹੈਗੀਆਂ। ਟਾਈਮ ਹੋ ਗਿਆ ਹੈਗਾ ਸਾਡੇ ਪ੍ਰੋਗਰਾਮ ਦਾ, ਨਹੀਂ ਤਾਂ ਗੱਲਬਾਤ ਫਿਰ ਕਰ ਸਕਦੇ ਸੀ। ਅਗਲਾ ਇਹਦਾ ਕੋਈ ਸੈਕਿੰਡ ਐਪੀਸੋਡ ਆਪਾਂ ਥੋੜੀ ਦੇਰ ਬਾਅਦ ਕਰਾਂਗੇ। ਤੁਸੀਂ ਸਾਡੇ ਨਾਲ ਜੁੜੇ ਆਨਲਾਈਨ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਵੈਰੀ ਮਚ ਸਰ। ਧੰਨਵਾਦ ਭਾਈ ਸਾਹਿਬ, ਸਤਿ ਸ਼੍ਰੀ ਅਕਾਲ।